ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਸਾਹਿਬ ਨੌਵੇਂ ਗੁਰਦੇਵ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ। ਰੱਬੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਵੀਰ ਅਸੀਂ ਜੰਗੀ ਬਾਣੀ ਗੁਰੂ ਕਲਗੀਧਰ ਸਵਾਮੀ ਜੀ ਦੀ ਰਾਗੀ ਸਿੰਘ ਜੀ ਗਾਇਨ ਕਰਕੇ ਗਏ ਨੇ, ਕਿਉਂਕਿ ਅੱਜ ਸਰਹੰਦ ਫਤਿਹ ਦਿਵਸ ਦਾ ਦਿਨ ਹੈ। ਅੱਜ ਦੇ ਦਿਨ ਸਿੰਘ ਸਾਹਿਬ ਜਥੇਦਾਰ ਬਾਬਾ ਵਿਨੋਦ ਸਿੰਘ ਜੀ 96 ਕਰੋੜੀ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੈਸੇ ਮਹਾਨ ਜਰਨੈਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਥਾਪੜਾ ਪ੍ਰਾਪਤ ਕਰਕੇ ਆਏ ਹੋਏ ਮਹਾਨ ਜਰਨੈਲ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਤ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਜੰਗ ਕੀਤਾ, ਯੁੱਧ ਕੀਤਾ ਔਰ ਅੱਜ ਦੇ ਦਿਨ ਵਜੀਦੇ ਪਾਪੀ ਨੂੰ ਸੋਧ ਕੇ ਜਿਉਂਦੇ ਨੂੰ ਸਾੜ ਕੇ ਸਰਹੰਦ ਦੇ ਉੱਤੇ ਕੇਸਰੀ ਨਿਸ਼ਾਨ ਚੁਲਾਏ। ਅੱਜ ਉਹ ਦਿਨ ਹੈ। ਸਤਿ ਸ੍ਰੀ ਅਕਾਲ। ਅੱਜ ਸਵੇਰੇ ਚੱਪੜਚਿੜੀ ਦੇ ਮੈਦਾਨ ਵਿੱਚ ਦਾਸ ਹਾਜ਼ਰੀ ਭਰਨ ਗਿਆ ਸੀ। ਉੱਥੋਂ ਇੱਕ ਵਿਸ਼ਾਲ ਫਤਿਹ ਮਾਰਚ ਸਰਹੰਦ ਨੂੰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਉਸੇ ਯਾਦ ਨੂੰ ਮੁੱਖ ਰੱਖਦਿਆਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਮੁੱਚਾ ਪੰਥ ਚੱਪੜਚਿੜੀ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਕਰਕੇ ਸਰਹੰਦ ਨੂੰ ਗਿਆ ਸੀ, ਉਸੇ ਮਰਿਆਦਾ ਦੇ ਤਹਿਤ ਅੱਜ ਵੀ ਅੰਮ੍ਰਿਤ ਵੇਲੇ ਪੰਜਾਂ ਨਿਸ਼ਾਨਾਂ ਦੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਫਤਿਹ ਮਾਰਚ ਪ੍ਰਾਰੰਭ ਹੋਇਆ ਹੈ, ਜੋ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਸਮਾਪਤੀ ਹੋਈ ਹੈ। ਕੱਲ ਨੂੰ 7 ਤੋਂ 10 ਵਜੇ ਤੱਕ ਰਾਤ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਫਤਿਹ ਮਾਰਚ ਦੇ ਸਬੰਧ ਦੇ ਨਾਲ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਵੀ ਹੋ ਰਹੇ ਨੇ। ਜਿਹੜੇ ਮਾਈ ਭਾਈ ਹਾਜ਼ਰੀਆਂ ਭਰ ਸਕਦੇ ਆ ਉਹ ਕੱਲ ਸ਼ਾਮ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ। ਤੋ ਸਰਹੰਦ ਫਤਿਹ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਕਥਾ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਨੇ ਰਾਮਾਇਣ ਦੇ ਕੁਝ ਪ੍ਰਸੰਗ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੀ ਜਾਣਕਾਰੀ ਹਿੱਤ ਸੁਣਾਏ ਹਨ। ਉਹ ਕਥਾ ਆਪ ਜੀ ਨੇ ਵਿਸਥਾਰ ਸਹਿਤ ਪਿੱਛੇ ਸਰਵਣ ਕੀਤੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਲੰਕਾ ਵੱਲ ਵਧੇ ਹਨ। ਜਿਵੇਂ ਲੰਕਾ 'ਚ ਆਪਣੇ ਚਰਨ ਪਾ ਕੇ ਪਾਤਸ਼ਾਹ ਲੰਕਾ ਨੂੰ ਪਵਿੱਤਰ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉਸਤਤ ਕਰ ਬੈਕੁੰਠ ਸਿਧਾਰਿਓ। ਉਸਤਤੀ ਕਰਕੇ ਉਹ ਜਿਹੜਾ ਮੱਛ ਸੀ ਮਹਾਰਾਜ ਜੀ ਨੇ ਮੁਕਤ ਕੀਤਾ ਰਾਜੇ ਜਨਕ ਦਾ ਸਰਾਪਿਆ। ਕੱਲ ਆਪ ਜੀ ਨੇ ਕਥਾ ਸੁਣੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਕੇ ਗੁਰਦੇਵ ਦੀ ਵਡਿਆਈ ਕਰਕੇ ਬੈਕੁੰਠ ਨੂੰ ਚਲਾ ਗਿਆ। ਜੈ ਜੈ ਸਤਿਗੁਰ ਬਚਨ ਉਚਾਰਿਓ। ਔਰ ਜਾਂਦਾ ਹੋਇਆ ਸਤਿਗੁਰਾਂ ਦੀ ਜੈ ਜੈਕਾਰ ਕਰਦਾ ਜਾਂਦਾ ਹੈ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਜੈ ਜੈਕਾਰ ਹੋਵੇ। ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਹੋਵੇ, ਜੈ ਹੋਵੇ। ਇਸ ਤਰ੍ਹਾਂ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਕਰਦਾ ਹੋਇਆ ਗਿਆ ਹੈ। ਪੁਨ ਗਮਨੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀਆਂ ਦੀ ਕੁਲ ਦੇ ਸ਼੍ਰੋਮਣੀ। ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੇ ਜੈ ਤੈ ਭਏ ਸਹਾਏ। ਤਿੰਨ ਇਹ ਕਲਮੋ ਧਰਮ ਚਲਾਇਓ। ਸਭ ਸਾਧਨ ਕੋ ਰਾਹੋ ਬਤਾਇਓ। ਜੋ ਤਾਂ ਕੇ ਮਾਰਗ ਮਹਿ ਆਏ ਤੇ ਕਬਹੂ ਨਹੀਂ ਪਾਪ ਸੰਤਾਏ।
ਧੰਨ ਗੁਰੂ ਨਾਨਕ ਸਾਹਿਬ ਜੋ ਬੇਦੀ ਕੁਲ ਸ਼੍ਰੋਮਣੀ ਹਨ, ਪਾਤਸ਼ਾਹ ਜੀ ਇੱਥੋਂ ਅੱਗੇ ਵਧੇ ਹਨ। ਪਹੁੰਚੇ ਲੰਕਾ ਘੇਰ ਸਮੀਪਾ। ਗਰੀਬ ਨਵਾਜ ਸਾਹਿਬ ਜੀ ਚਲਦਿਆਂ ਚਲਦਿਆਂ ਲੰਕਾ ਦੇ ਨੇੜੇ ਪਹੁੰਚੇ ਹਨ। ਫਿਰਤ ਬ੍ਰਿੰਦ ਤਹ ਦੀਰਘ ਦਾਨੋ। ਖਾਲਸਾ ਜੀ ਸਥੂਲ ਰੂਪ ਦੇ ਵਿੱਚ ਤਾਂ ਦਾਨਵ ਨਹੀਂ ਹਨ ਉੱਥੇ, ਪਰ ਸੂਖਮ ਰੂਪ ਦੇ ਵਿੱਚ ਬਹੁਤ ਸਾਰੀਆਂ ਦੇਹਾਂ ਹਾਲੇ ਵੀ ਉੱਥੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਮੋਕਸ਼ ਨੂੰ ਪ੍ਰਾਪਤ ਹੋਣਾ ਸੀ। ਇਸ ਕਰਕੇ ਇੱਥੇ ਉਹਨਾਂ ਦਾ ਜ਼ਿਕਰ ਆ ਰਿਹਾ, ਜਿਹੜਾ ਸੂਖਮ ਮੰਡਲ ਦਾ ਵਰਤਾਰਾ ਹੈ। ਸਥੂਲ ਮੰਡਲ ਵਿੱਚ ਨਾ ਵਿਭੀਸ਼ਣ ਹੈ, ਸਥੂਲ ਮੰਡਲ ਵਿੱਚ ਨਾ ਸ਼੍ਰੀ ਹਨੂਮਾਨ ਜੀ ਨੇ, ਸੂਖਮ ਮੰਡਲ ਦੇ ਵਿੱਚ ਵਿਭੀਸ਼ਣ ਵੀ ਹੈ ਤੇ ਸੂਖਮ ਮੰਡਲ ਦੇ ਵਿੱਚ ਸ਼੍ਰੀ ਹਨੂਮਾਨ ਜੀ ਵੀ ਨੇ। ਇਹ ਗੁਰੂ ਸਾਹਿਬ ਨੂੰ ਸੂਖਮ ਮੰਡਲ ਵਿੱਚ ਮਿਲ ਰਹੇ ਨੇ। ਉੱਥੇ ਤੱਕ ਗੁਰੂ ਨਾਨਕ ਸਾਹਿਬ ਦੀ ਗਮਯਤਾ ਹੈ, ਸਾਡੀ ਪਹੁੰਚ ਨਹੀਂ ਹੈ। ਇਸ ਕਰਕੇ ਕੋਈ ਸ਼ੰਕਾ ਨਾ ਕਰੇ, ਸ਼ੰਕਾਗ੍ਰਸਤ ਨਾ ਹੋਵੇ ਜੀ ਇਹ ਕਿਵੇਂ ਹੋ ਸਕਦਾ ਹੈ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਸੂਖਮ ਮੰਡਲ ਤੱਕ ਵੀ ਆਪਣੀ ਪਕੜ ਰੱਖਦੇ ਨੇ। ਸਥੂਲ ਸੂਖਮ ਮੰਡਲ ਸਾਰਾ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿਰਜਿਆ ਹੋਇਆ। ਤੋ ਕਹਿੰਦੇ ਜਦੋਂ ਲੰਕਾ ਪਹੁੰਚੇ ਤੇ ਸੂਖਮ ਰੂਪ ਦੇ ਵਿੱਚ ਬੜੇ ਬੜੇ ਦਾਨਵ ਇੱਥੇ ਫਿਰਦੇ ਵੇਖੇ। ਗਿਰ ਕਾ ਜਲ ਕੇ ਵਿਚਰਤ ਮਾਨੋ। ਕਹਿੰਦੇ ਇਦਾਂ ਜਾਪਦਾ ਸੀ ਜਿਵੇਂ ਕੱਜਲ ਦੇ ਪਹਾੜ ਹੀ ਟੁਰੇ ਫਿਰਦੇ ਹੋਣ। ਤਿਨਹਿ ਬਿਲੋਕ ਡਰਿਓ ਮਰਦਾਨਾ। ਜਦੋਂ ਹੁਣ ਭਾਈ ਮਰਦਾਨੇ ਨੂੰ ਵੀ ਉਹ ਦਿਸ ਰਹੇ ਨੇ, ਸਥੂਲ ਮੰਡਲ ਵਿੱਚ ਨਹੀਂ ਹਨ, ਸੂਖਮ ਮੰਡਲ ਵਿੱਚ ਨੇ। ਭਾਈ ਮਰਦਾਨਾ ਜੀ ਨੇ ਜਦੋਂ ਦਾਨਵ ਵੇਖੇ ਤੇ ਵੇਖ ਕੇ ਇੱਕ ਵਾਰੀ ਡਰ ਗਏ। ਹੋਏ ਅਤੀਰਜ ਬਚਨ ਬਖਾਨਾ। ਧੀਰਜ ਨੂੰ ਛੱਡਦਿਆਂ ਹੋਇਆਂ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ, ਰਾਖਸ਼ ਗਹ ਆਨ ਹਮ ਤਾਈ। ਮਹਾਰਾਜ ਜੀ ਲੱਗਦਾ ਵੀ ਹੁਣੇ ਰਾਖਸ਼ ਆ ਕੇ ਪਕੜਨਗੇ ਸਾਨੂੰ, ਇਹ ਆ ਕੇ ਸਾਨੂੰ ਆਪਣੀ ਗ੍ਰਿਫਤ ਵਿੱਚ ਲੈਣਗੇ। ਭਖਿਆਨ ਕਰੈ ਨ ਬਿਲਮ ਲਗਾਈ। ਮਹਾਰਾਜ ਇਹ ਹੁਣ ਭਖਸ਼ਣ ਕਰਨਗੇ, ਸਾਡਾ ਦੇਰੀ ਨਹੀਂ ਲਾਉਣਗੇ। ਇਨ ਸਮੀਪ ਨਹਿ ਚਲੋ ਗੁਸਾਈ। ਮਹਾਰਾਜ ਚਲੋ ਇਹ ਰਸਤਾ ਛੱਡੀਏ, ਆਪਾਂ ਕਿਸੇ ਹੋਰ ਪਾਸੇ ਟੁਰ ਚੱਲੀਏ। ਇਹਨਾਂ ਰਾਖਸ਼ਾਂ ਦੇ ਮੱਥੇ ਜ਼ਰੂਰੀ ਲੱਗਣਾ ਹੈ, ਆਪਾਂ ਇਹਨਾਂ ਰਾਖਸ਼ਾਂ ਤੋਂ ਕਿਨਾਰਾ ਕਰਕੇ ਟੁਰ ਚੱਲੀਏ। ਅਪਰ ਸਥਾਨ ਬਿਲੋਕ ਹੋ ਜਾਈ। ਚਲੋ ਮਹਾਰਾਜ ਰਹਿਣ ਦੋ, ਲੰਕਾ ਨਹੀਂ ਵੇਖਣੀ ਅਸੀਂ, ਆਪਾਂ ਚੱਲੀਏ ਇੱਥੋਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਸੈਲ ਕਰੀਏ, ਕੋਈ ਹੋਰ ਥਾਂ ਜਾ ਕੇ ਵੇਖੀਏ। ਸੁਨ ਕੇ ਬੋਲੇ ਪਰਮ ਪੁਨੀਤਾ। ਪਰਮ ਪੁਨੀਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਮਰਦਾਨੇ ਦੀ ਇਹ ਬੇਨਤੀ ਸੁਣੀ ਤੇ ਸੁਣ ਕੇ ਬੋਲੇ, ਪੜਤ ਸੁਨਤ ਰਹਿਤਾ ਤੂੰ ਨੀਤਾ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਤੂੰ ਸਾਡੇ ਨਾਲ ਰਹਿੰਦਾ ਹੈ ਤੇ ਸਾਡੇ ਨਾਲ ਹਮੇਸ਼ਾ ਗੁਰਬਾਣੀ ਪੜ੍ਹਦਾ ਹੈ ਤੇ ਸੁਣਦਾ ਹੈ। ਹਿਰਦੈ ਵਿਚਾਰ ਏਕ ਨਹਿ ਆਇਓ। ਵੀ ਪੜ੍ਹਦਾ ਸੁਣਦਾ, ਤੂੰ ਵਿਚਾਰ ਨਹੀਂ ਕਰਦਾ ਹੈ। ਜੋ ਅਸੀਂ ਸਾਡੇ ਕੋਲ ਰਹਿ ਕੇ ਤੂੰ ਪੜ੍ਹਦਾ ਹੈ ਜਾਂ ਸੁਣਦਾ ਹੈ, ਉਹਦੀ ਤੂੰ ਵਿਚਾਰ ਨਹੀਂ ਕਰਦਾ। ਮਹਾ ਮੋਹ ਮੈਂ ਮਨ ਬਿਰਮਾਇਓ। ਤੇਰਾ ਮਨ ਹਾਲੇ ਵੀ ਇਸ ਸਰੀਰ ਦੇ ਮੋਹ ਵਿੱਚ ਹੈ, ਇਸ ਸਰੀਰ ਦੀ ਮਮਤਾ ਦੇ ਨਾਲ ਜੁੜਿਆ ਹੋਇਆ। ਤੂੰ ਹਾਲੇ ਵੀ ਆਪਣੇ ਇਸ ਸਰੀਰ ਦੇ ਮੋਹ ਤੋਂ ਮੁਕਤ ਨਹੀਂ ਹੋਇਆ। ਲਗਾ ਭੂਤ ਤੁਝ ਤਨ ਅਭਿਮਾਨਾ। ਇਹ ਜਿਹੜਾ ਸਰੀਰ ਦਾ ਮੋਹ ਹੈ ਨਾ, ਤਨ ਦਾ ਅਭਿਮਾਨ, ਮਰਦਾਨਿਆ ਇਹੀ ਸਭ ਤੋਂ ਵੱਡਾ ਭੂਤ ਚਿੰਬੜਿਆ ਹੋਇਆ ਤੈਨੂੰ। ਕੀ ਹੋ ਜਾਏਗਾ? ਇਹ ਸਰੀਰ ਨਸ਼ਵਰ ਹੈ, ਬਿਨਸਣਾ ਹੀ ਹੈ। ਇਹਦੇ ਨਾਲ ਕਿਉਂ ਜੁੜਿਆ ਹੋਇਆ? ਪਾਤਸ਼ਾਹ ਥੋੜੀ ਜੀ ਤਾੜਨਾ ਕਰਕੇ ਕਹਿੰਦੇ ਮਰਦਾਨੇ ਨੂੰ, ਕਿਉਂਕਿ ਮਰਦਾਨੇ ਨੂੰ ਨਹੀਂ ਪੇ ਤਾੜਦੇ, ਇਹ ਸਾਡੇ ਵਰਗਿਆਂ ਨੂੰ ਤਾੜਦੇ ਆ ਜਿਹੜੇ ਅਸੀਂ ਤਨ ਦੇ ਅਭਿਮਾਨ ਨਾਲ ਜੁੜੇ ਹੋਏ ਆ। ਮਰਦਾਨਾ ਤਾਂ ਮੇਰੇ ਸਾਹਿਬ ਦਾ ਪਿਆਰਾ ਹੈ, ਉਹ ਤਾਂ ਅੱਠੇ ਪੈਰ ਗੁਰੂ ਚਰਨਾਂ ਵਿੱਚ ਰਹਿ ਕੇ ਗੁਰਦੇਵ ਦੇ ਆਨੰਦ ਨੂੰ ਪ੍ਰਾਪਤ ਕਰਨੇ ਵਾਲਾ ਹੈ। ਪਰ ਸੰਬੋਧਨ ਮਰਦਾਨੇ ਨੂੰ ਹੋ ਰਹੇ ਨੇ, ਪਰ ਬਚਨ ਸਾਡੇ ਸਾਰਿਆਂ ਵਾਸਤੇ ਹੈ। ਮਹਾਰਾਜ ਜੀ ਕਹਿੰਦੇ, ਉਹ ਤੁਹਾਨੂੰ ਤਨ ਦੇ ਅਭਿਮਾਨ ਦਾ ਭੂਤ ਚਿੰਬੜਿਆ ਹੋਇਆ, ਭੂਤਣਾ ਚਿੰਬੜਿਆ ਹੋਇਆ। ਜਾਂ ਤੇ ਮਨ ਨਹਿ ਭਰਮ ਮਿਟਾਨਾ। ਇਹ ਤਨ ਅਭਿਮਾਨ ਦਾ ਜਿਹੜਾ ਭੂਤ ਚਿੰਬੜਿਆ ਹੋਇਆ ਤੁਹਾਨੂੰ, ਇਸੇ ਕਰਕੇ ਤੁਹਾਡੇ ਮਨ ਦਾ ਭਰਮ ਨਹੀਂ ਮਿਟਦਾ। ਇਸੇ ਕਰਕੇ ਤੁਸੀਂ ਆਪਣੇ ਮਨ ਦੇ ਭਰਮ ਦੀ ਨਿਰਵਿਰਤੀ ਨਹੀਂ ਕਰਦੇ। ਜਿਹ ਕੋ ਭੂਤ ਲਗਤ ਹੈ ਆਏ। ਜਿਹਨੂੰ ਆਹ ਭੂਤ ਲੱਗਾ ਹੋਇਆ ਨਾ ਆ ਕੇ ਤਨ ਅਭਿਮਾਨ ਦਾ, ਵੀ ਮੈਂ ਤਨ ਹਾਂ, ਮੇਰਾ ਤਨ ਹੈ, ਮੇਰਾ ਸਰੀਰ ਹੈ। ਮਹਾਰਾਜ ਜੀ ਕਹਿੰਦੇ, ਆ ਜਿਹੜਾ ਤਨ ਅਭਿਮਾਨ ਦਾ ਭੂਤ ਜਿਹਨੂੰ ਆ ਕੇ ਚੰਬੜਿਆ ਹੈ, ਸੋ ਸਰੂਪ ਨਿਜ ਦੇਤ ਭੁਲਾਏ। ਇਸ ਭੂਤ ਦੇ ਵਸ ਹੋਇਆ ਬੰਦਾ ਆਪਣੇ ਨਿਜ ਸਰੂਪ ਨੂੰ ਭੁੱਲ ਜਾਂਦਾ, ਵੀ ਮੇਰਾ ਸਰੂਪ ਆਤਮਾ ਹੈ, ਸਰੀਰ ਨਹੀਂ। ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਹਾਂ, ਇਹ ਭੁੱਲ ਜਾਂਦਾ ਇਹਨੂੰ। ਤਨ ਅਭਿਮਾਨ ਦਾ ਭੂਤਣਾ ਚ ਸਰੀਰ ਨੂੰ ਚਿੰਬੜਿਆ ਹੋਇਆ, ਉਸ ਤਨ ਅਭਿਮਾਨ ਦੇ ਵਿੱਚ ਲੱਗੇ ਹੋਏ ਬੰਦੇ ਨੂੰ ਨਿਜ ਸਰੂਪ ਭੁੱਲ ਜਾਂਦਾ ਹੈ।
ਆਪਣਾ ਨਿਜ ਆਤਮ ਸਵਰੂਪ ਨੂੰ ਇਹ ਜਿਹੜੀ ਭੂਤ ਹੈ ਇਹ ਭੁਲਾ ਦਿੰਦਾ ਹੈ। ਆਪ ਭੂਤ ਨਾ ਹੋਵਤ ਸੋ ਫਿਰ ਉਹ ਆਪ ਹੀ ਭੂਤਣਾ ਹੋ ਜਾਂਦਾ ਹੈ। ਮੰਤਰਨ ਸੋ ਝਾਰੈ ਜੋ ਕੋ ਆਮ ਕਰਕੇ ਕਹਿੰਦੇ ਲੋਕਾਂ ਨੂੰ ਕਿਸੇ ਨੂੰ ਭੂਤ ਚਿੰਬੜਿਆ ਹੋਵੇ ਤੇ ਮੰਤਰਾਂ ਨਾਲ ਝਾੜਾ ਕਰਕੇ ਉਹ ਭੂਤ ਲਾਉਂਦੇ ਐ। ਨਿਕਸਹਿ ਭੂਤ ਵਹਿਰ ਸੁਧ ਜਨ ਹੈ। ਜਦੋਂ ਭੂਤ ਕਿਸੇ ਨੂੰ ਚੰਬੜਿਆ ਹੋਵੇ ਤੇ ਨਿਕਲ ਜੇ ਉਹਦੇ ਚੋਂ ਫਿਰ ਉਹਨੂੰ ਸੋਝੀ ਆਉਂਦੀ ਆ ਮੈਂ ਕੌਣ ਆ। ਜਦੋਂ ਤੱਕ ਉਹਦੇ ਅੰਦਰ ਭੂਤ ਬੋਲਦਾ ਉਦੋਂ ਤੱਕ ਉਹਨੂੰ ਆਪਣਾ ਆਪ ਭੁੱਲਿਆ ਹੁੰਦਾ ਹੈ। ਜਦੋਂ ਕਿਸੇ ਮੰਤਰ ਦੇ ਨਾਲ ਉਹ ਭੂਤ ਉਹਦੇ ਤੋਂ ਵੱਖਰਾ ਕਰ ਦਿਓ ਫਿਰ ਉਹਨੂੰ ਸੋਝੀ ਆ ਜਾਂਦੀ ਆ ਵੀ ਮੈਂ ਕੌਣ ਹਾਂ। ਨਿਜ ਸਰੂਪ ਕੋ ਤਬਹਿ ਪਛਾਨ ਹੈ। ਫਿਰ ਉਹਨੂੰ ਆਪਣੇ ਨਿਜ ਸਰੂਪ ਦਾ ਗਿਆਨ ਤੇ ਬੋਧ ਹੁੰਦਾ ਹੈ। ਜਬ ਲਗ ਭੂਤ ਲਗੈ ਦੁਖ ਪਾਵਹਿ। ਪਰ ਜਦੋਂ ਤੱਕ ਇਸ ਬੰਦੇ ਨੂੰ ਕੋਈ ਭੂਤ ਚਿੰਬੜਿਆ ਹੋਵੇ ਉਦੋਂ ਤੱਕ ਇਹਨੂੰ ਦੁੱਖ ਪਾਉਣਾ ਪੈਂਦਾ ਹੈ। ਨਿਕਸਹਿ ਵਹਿਰ ਆਨੰਦ ਸਮਾਵਹਿ। ਜਦੋਂ ਭੂਤ ਨਿਕਲ ਜਾਂਦਾ ਫਿਰ ਆਨੰਦ 'ਚ ਸਮਾ ਜਾਂਦਾ, ਫਿਰ ਆਨੰਦ 'ਚ ਵਿਲੀਨ ਹੋ ਜਾਂਦਾ ਹੈ। ਤਨ ਹੰਤਾ ਤੁਝ ਲਾਗਿਓ ਭੂਤੰ। ਜਿਵੇਂ ਕਿਤੇ ਪ੍ਰਤੱਖ ਕਿਸੇ ਨੂੰ ਭੂਤ ਚਿੰਬੜਿਆ ਹੋਵੇ ਨਾ ਤੇ ਉਹ ਬੰਦਾ ਆਵਲੀਆਂ ਬਾਵਲੀਆਂ ਗੱਲਾਂ ਕਰਦਾ, ਉਹਨੂੰ ਆਪਣਾ ਆਪ ਭੁੱਲ ਜਾਂਦਾ ਮੈਂ ਕੀ ਹਾਂ। ਪਰ ਜਦੋਂ ਕਿਤੇ ਕਿਸੇ ਮੰਤਰ ਸ਼ਕਤੀ ਨਾਲ ਉਹਦਾ ਭੂਤ ਸਰੀਰ 'ਚੋਂ ਨਿਕਲ ਜਾਏ ਫਿਰ ਉਹ ਆਨੰਦ 'ਚ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਰਦਾਨਿਆਂ ਤੈਨੂੰ ਤਨ ਹੰਗਤਾ ਦਾ ਭੂਤ ਚਿੰਬੜਿਆ ਹੋਇਆ ਹੈ। ਨਿਜ ਸਰੂਪ ਭੂਲਿਓ ਅਤ ਭੂਤੰ। ਉਸ ਭੂਤ ਕਰਕੇ ਤੈਨੂੰ ਆਪਣਾ ਨਿਜ ਸਰੂਪ ਜਿਹੜਾ ਬਹੁਤ ਹੀ ਪਵਿੱਤਰ ਤੇ ਪਾਵਨ ਸਰੂਪ ਹੈ ਉਹ ਪਾਵਨ ਸਰੂਪ ਤੈਨੂੰ ਆਪਣਾ ਭੁੱਲਿਆ ਹੋਇਆ ਹੈ। ਮੰਤਰ ਸਤਿਗੁਰ ਸ਼ਬਦ ਸੁਜਾਨਾ। ਹੁਣ ਆ ਜਿਹੜਾ ਤਨ ਅਭਿਮਾਨ ਤੇ ਤਨ ਹੰਤਾ ਦਾ ਭੂਤ ਚਿੰਬੜਿਆ ਹੋਇਆ ਸਾਨੂੰ ਇਹ ਉਤਰਨਾ ਕਿਵੇਂ ਹੈ, ਇਹ ਲੱਥਣਾ ਕਿਵੇਂ ਹੈ, ਭੂਤ ਤੋਂ ਛੁਟਕਾਰਾ ਕਿਵੇਂ ਹੋਣਾ ਹੈ। ਮਹਾਰਾਜ ਜੀ ਕਹਿੰਦੇ ਇੱਕੋ ਇੱਕ ਛੁਟਕਾਰਾ ਹੈ ਗੁਰੂ ਕਾ ਸ਼ਬਦ। ਇਹ ਮੰਤਰ ਵਜੋਂ ਕੰਮ ਕਰਦਾ ਹੈ। ਜਦੋਂ ਸਤਿਗੁਰਾਂ ਦੇ ਸ਼ਬਦ ਦੇ ਮੰਤਰ ਦੀ ਕਮਾਈ ਕਰੇ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪੇ ਤਾਂ ਫਿਰ ਇਹ ਤਨ ਹੰਤਾ ਦਾ ਭੂਤ ਇਹਦੇ ਚੋਂ ਨਿਕਲ ਕੇ ਬਾਹਰ ਜਾਂਦਾ ਹੈ। ਇਸ ਸ਼ਬਦ ਦੇ ਮੰਤਰ ਦੀ ਕਮਾਈ ਨਾਲ ਹੀ ਇਹਦੇ ਤਨ ਹੰਤਾ ਦੇ ਭੂਤ ਨੇ ਇਹਦਾ ਖਹਿੜਾ ਛੱਡਣਾ। ਹਿਰਦੈ ਬਸੈ ਮਿਟਹਿ ਤਨ ਮਾਨਾ। ਜਦੋਂ ਗੁਰੂ ਕਾ ਸ਼ਬਦ ਮੰਤਰ ਬਣ ਕੇ ਹਿਰਦੇ 'ਚ ਵਸਦਾ ਹੈ ਤੇ ਫਿਰ ਤਨ ਦਾ ਅਭਿਮਾਨ ਮਿਟ ਜਾਂਦਾ ਹੈ, ਤਨ ਹੰਤਾ ਛੁੱਟ ਜਾਂਦੀ ਹੈ। ਫਿਰ ਤਾਂ ਬੰਦ ਕੱਟੇ ਜਾਣ ਤੇ ਵੀ ਰਸਨਾ ਤੋਂ ਸੀ ਨਹੀਂ ਹੈ। ਤਨ ਦੇ ਬੰਦ ਕੱਟੇ ਜਾਣ ਤੋਂ ਵੀ ਭਾਈ ਮਨੀ ਸਿੰਘ ਜੀ ਦੀ ਰਸਨਾ ਤੇ ਸੀ ਨਹੀਂ। ਖੋਪਰ ਉੱਤਰ ਜਾਣ ਤੋਂ ਵੀ ਬਾਅਦ 22 ਦਿਨ ਤੱਕ ਚੌਂਕੜਾ ਮਾਰ ਕੇ ਭਾਈ ਤਾਰੂ ਸਿੰਘ ਜੀ ਬੈਠੇ ਐ, ਕਿਉਂਕਿ ਤਨ ਅਭਿਮਾਨ ਹੈ ਹੀ ਨਹੀਂ। ਸਰੀਰ ਤਾਂ ਉਹਨਾਂ ਨੇ ਆਪਣੇ ਆਪ ਨੂੰ ਜਾਣਿਆ ਹੀ ਨਹੀਂ। ਜਿਸ ਮਹਾਨ ਜਰਨੈਲ ਦਾ ਅੱਜ ਦਿਨ ਹੈ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਜੀ, ਜਿਸ ਵਕਤ 1716 ਈਸਵੀ ਵਿੱਚ ਸ਼ਹੀਦ ਕੀਤਾ ਜਾ ਰਿਹਾ ਸੀ, ਜਮੂਰਾਂ ਨਾਲ ਮਾਸ ਨੋਚਿਆ ਜਾ ਰਿਹਾ ਸੀ ਔਰ ਨੇਤਰ ਤੱਕ ਕੱਢ ਦਿੱਤੇ ਸਨ, ਹੱਥ ਪੈਰ ਕੱਟ ਦਿੱਤੇ ਗਏ ਸਨ। 5 ਸਾਲ ਦਾ ਬੱਚਾ ਗੋਦੀ 'ਚ ਰੱਖ ਕੇ ਕੋਹ ਕੇ ਮਾਰ ਕੇ ਉਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨ ਦਿੱਤਾ ਗਿਆ ਸੀ। ਤੇ ਫਰਖਸ਼ੀਰ ਕਹਿੰਦਾ ਆ ਕੇ ਉਹ ਬੰਦਿਆ ਤੂੰ ਕਿਹੜੀ ਮਿੱਟੀ ਦਾ ਬਣਿਆ ਹੈ, ਤੈਨੂੰ ਦਰਦ ਨਹੀਂ ਹੁੰਦੀ, ਤੈਨੂੰ ਪੀੜਾ ਨਹੀਂ ਵਿਆਪਦੀ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਵਾਬ ਦਿੰਦੇ ਆ ਬਾਦਸ਼ਾਹ ਫਰਖਸ਼ੀਰ ਸੁਣ, ਤੂੰ ਆਪਣੇ ਕਿਲੇ 'ਚ ਬੈਠਾ ਹੋਵੇਂ, ਤੇਰੇ ਕਿਲੇ ਦੀਆਂ ਕੰਧਾਂ ਨੂੰ ਕੋਈ ਡਾਂਗਾਂ ਨਾਲ ਮਾਰੇ, ਕੋਈ ਸੱਬਲ ਲੈ ਕੇ ਉਹਨਾਂ ਦੀਆਂ ਇੱਟਾਂ ਨੂੰ ਉਖਾੜ ਕੇ ਸੁੱਟ ਦੇਵੇ, ਤੂੰ ਅੰਦਰ ਬੈਠਾ ਤੈਨੂੰ ਪੀੜ ਹੋਵੇਗੀ, ਦਰਦ ਹੋਵੇਗੀ। ਕਹਿੰਦਾ ਨਹੀਂ ਉਹ ਤਾਂ ਕੰਧਾਂ ਦੇ ਨਾਲ ਹੋਣਾ, ਮੈਂ ਤਾਂ ਅੰਦਰ ਬੈਠਾ ਹਾਂ। ਕਹਿੰਦੇ ਆ ਸਰੀਰ ਮੇਰਾ ਕਿਲਾ ਹੈ, ਮੈਂ ਇਹਦੇ 'ਚ ਰਹਿਣ ਵਾਲਾ ਇਹਦਾ ਸਾਖੀ ਅਭਿਮਾਨੀ ਆਤਮਾ ਹਾਂ। ਮੇਰੀ ਆਤਮਾ ਤੱਕ ਤੇਰੇ ਜਮੂਰ ਨਹੀਂ ਪਹੁੰਚਦੇ, ਮੇਰੀ ਆਤਮਾ ਤੱਕ ਤੇਰੇ ਸ਼ਸਤਰ ਅਸਤਰ ਨਹੀਂ ਪਹੁੰਚਦੇ। ਮੇਰੀ ਆਤਮਾ ਨੂੰ ਨਾ ਕੋਈ ਕੱਟ ਸਕਦਾ ਨਾ ਜਲਾ ਸਕਦਾ। ਮੇਰਾ ਸਵਰੂਪ ਹੋਇਆ ਤੇ ਸਰੀਰ ਤਾਂ ਕਿਲਾ ਹੈ, ਇਹਨੂੰ ਜਿੰਨੇ ਮਰਜ਼ੀ ਤਸੀਹੇ ਦੇਈ ਚੱਲ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪੀੜਾ ਨਹੀਂ। ਸਤਿ ਸ੍ਰੀ ਅਕਾਲ। ਇਹ ਤਨ ਅਭਿਮਾਨ ਦਾ ਭੂਤ ਜਿਨ੍ਹਾਂ ਦੇ ਸਰੀਰ 'ਚੋਂ ਨਿਕਲ ਗਿਆ ਗੁਰ ਸ਼ਬਦ ਦੀ ਕਮਾਈ ਕਰਕੇ, ਗੁਰੂ ਖਾਲਸਾ ਜੀ ਫਿਰ ਉਹਨਾਂ ਦੇ ਤਨ ਨੂੰ ਕੋਈ ਬੰਦ ਕਰਕੇ ਕੱਟ ਦੇਵੇ, ਭਾਵੇਂ ਤਤੀਆਂ ਤਵੀਆਂ ਤੇ ਬਿਠਾ ਕੇ ਦੇਗਾਂ ਦੇ ਪਾਣੀ 'ਚ ਉਬਾਲੇ ਤੇ ਬਲਦਾ ਤਪਦਾ ਰੇਤ ਤਨ ਤੇ ਪਾਵੇ, ਉਹ ਤਾਂ ਵੀ ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਕਹਿੰਦੇ ਆ ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਖਾਲਸਾ ਜੀ ਇਹ ਤਨ ਅਭਿਮਾਨ ਤੋਂ ਰਹਿਤ ਹੋਣ ਦੀ ਅਵਸਥਾ ਹੈ। ਸਾਡੇ ਪੈਰ ਦੇ ਵਿੱਚ ਕਿਤੇ ਮਾੜਾ ਜਾਂ ਕੰਡਾ ਚੁੱਭ ਜੇ ਸਾਨੂੰ ਪੀੜਾ ਹੁੰਦੀ ਹੈ, ਕਿਉਂਕਿ ਅਸੀਂ ਤਨ ਨਾਲ ਜੁੜੇ ਹੋਏ ਹਾਂ।
ਆਤਮ ਸਵਰੂਪ ਨਾਲ ਸਾਡੀ ਸੋਝੀ ਨਹੀਂ ਹੈ, ਗਿਆਨ ਨਹੀਂ ਹੈ। ਪਾਤਸ਼ਾਹ ਕਹਿੰਦੇ ਮਰਦਾਨਿਆ, ਜਦੋਂ ਤੱਕ ਇਹ ਤਨ ਹੰਤਾ ਦਾ ਭੂਤ ਨਹੀਂ ਨਿਕਲਦਾ ਉਦੋਂ ਤੱਕ ਭਰਮ ਨਹੀਂ ਜਾਣਾ, ਉਦੋਂ ਤੱਕ ਦੁੱਖ ਹਨ। ਤਨ ਹੰਤਾ ਜਬ ਸਰਬ ਗਵਾਈ। ਜਦੋਂ ਇਹ ਤਨ ਹੰਗਤਾ ਚਲੀ ਜਾਵੇ, ਸਰੀਰ ਦੀ ਹੰਗਤਾ ਸਰੀਰ ਚੋਂ ਦੂਰ ਹੋ ਜਾਏ, ਨਿਜ ਸਰੂਪ ਹੋ ਗਇਓ ਲਖਾਈ। ਫਿਰ ਤਾਂ ਨਿਜ ਸਰੂਪ ਦੀ ਜਾਣਕਾਰੀ ਹੋ ਜਾਂਦੀ ਵੀ ਮੇਰਾ ਸਰੂਪ ਕੀ ਹੈ, ਮੈਂ ਕੀ ਹਾਂ। ਮੈਂ ਸਰੀਰ ਤਾਂ ਨਹੀਂ, ਮੈਂ ਇਸ ਸਰੀਰ 'ਚ ਰਹਿਣ ਵਾਲਾ, ਇਸ ਸਰੀਰ ਦਾ ਦ੍ਰਿਸ਼ਟਾ ਹਾਂ। ਇਸ ਸਰੀਰ ਨੂੰ ਵੇਖ, ਜਿਵੇਂ ਸੁਪਨਾ ਅਸੀਂ ਵੇਖਦੇ ਹਾਂ, ਸੁਪਨੇ ਵਿੱਚ ਸਾਡਾ ਵੀ, ਸੰਸਾਰ ਵਿੱਚ ਜਿਤਨੇ ਵੀ ਪ੍ਰਾਣੀਆਂ ਨੂੰ ਸੁਪਨਾ ਆਉਂਦਾ ਹੈ, ਜਿਤਨੇ ਵੀ ਪ੍ਰਾਣੀਆਂ ਨੂੰ, ਸਭ ਨੂੰ ਆਪਾਂ ਨੂੰ ਸੁਪਨੇ ਆਉਂਦੇ ਆ, ਪਰ ਕਦੇ ਕਿਸੇ ਨੂੰ ਐਸਾ ਸੁਪਨਾ ਨਹੀਂ ਆਉਂਦਾ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਨਾ ਵੇਖੇ। ਕਦੇ ਕਿਸੇ ਨੂੰ ਐਸਾ ਸੁਪਨਾ ਤਾਂ ਨਹੀਂ ਆਉਂਦਾ ਜਿਹਦੇ 'ਚ ਉਹ ਆਪਣੇ ਆਪ ਨੂੰ ਨਾ ਵੇਖੇ। ਪਹਿਲਾਂ ਆਪਣੇ ਆਪ ਨੂੰ ਵੇਖਦਾ, ਫਿਰ ਦੂਜਿਆਂ ਨੂੰ ਵੇਖਦਾ। ਇਹੀ ਕੁਝ ਹੁੰਦਾ ਨਾ ਸੁਪਨੇ 'ਚ। ਜਾਗਰਤ ਵੇਲੇ ਜਦੋਂ ਜਾਗਦਾ ਤੇ ਫਿਰ ਕਹਿੰਦਾ ਨਹੀਂ, ਮੈਂ ਇਹਨਾਂ ਸੁਪਨੇ ਨੂੰ ਵੇਖਣ ਵਾਲਾ ਸੀ। ਮੈਂ ਸੁਪਨੇ ਵਿੱਚ ਭਾਵੇਂ ਨਜ਼ਰ ਆ ਰਿਹਾ, ਪਰ ਮੈਂ ਸੁਪਨੇ ਨੂੰ ਵੇਖਣ ਵਾਲਾ, ਇਹਦਾ ਦ੍ਰਿਸ਼ਟਾ ਹਾਂ। ਗਿਆਨਵਾਨ ਤਤਵ ਗਿਆਨੀ ਜਦੋਂ ਸਾਧਕ ਸਾਧਨਾ ਕਰਦਾ, ਆਤਮ ਸਵਰੂਪ ਵਿੱਚ ਸੁਰਤ ਨੂੰ ਟਿਕਾ ਲੈਂਦਾ, ਉੱਥੇ ਪਹੁੰਚਿਆ ਹੋਇਆ, ਉਹ ਇਸ ਜਗਤ ਨੂੰ ਸੁਪਨੇ ਮਾਤਰ ਵੇਖਦਾ, ਉਹਦੇ 'ਚ ਆਪਣੇ ਆਪ ਨੂੰ ਵੀ ਪਾਉਂਦਾ ਵੀ ਮੈਂ ਵੀ ਆ ਇਹਦੇ ਵਿੱਚ ਸੁਪਨੇ 'ਚ। ਪਰ ਅੰਦਰ ਆਤਮਾ ਸਵਰੂਪ ਨੂੰ ਪਤਾ ਵੀ ਇਹ ਸੁਪਨਾ ਹੈ, ਮੈਂ ਇਹ ਨਹੀਂ ਹਾਂ ਜੋ ਇਸ ਸੁਪਨੇ ਵਿੱਚ ਨਜ਼ਰ ਆ ਰਿਹਾ। ਮੈਂ ਇਸ ਨੂੰ ਵੇਖਣ ਵਾਲਾ, ਇਸ ਦਾ ਸਾਖੀ, ਇਹਦੇ ਤੋਂ ਨਿਆਰਾ ਹਾਂ। ਉਦੋਂ ਤਨ ਹੰਗਤਾ ਮਿਟਦੀ ਹੈ, ਉਦੋਂ ਸਰੀਰ ਦੀ ਹੰਗਤਾ ਦੂਰ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਤਨ ਹੰਤਾ ਦੂਰ ਹੋ ਜਾਏ, ਫਿਰ ਨਿਜ ਸਰੂਪ ਕੋ ਹੋ ਗਇਓ ਲਖਾਈ। ਫਿਰ ਨਿਜ ਸਰੂਪ ਦਾ ਗਿਆਨ ਹੋ ਜਾਂਦਾ ਹੈ। ਤਬ ਹੀ ਪਾਵਹਿ ਮੁਕਤ ਆਨੰਦਾ। ਫਿਰ ਆਨੰਦ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਬੰਧਨ ਡਾਰ ਮਿਟੈ ਜਮ ਫੰਦਾ। ਫਿਰ ਬੰਧਨ ਕੱਟੇ ਜਾਂਦੇ ਨੇ, ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਮਰਦਾਨਿਆ। ਜੈਸੇ ਸਾਂਪ ਕੰਚੁ ਕੀ ਡਾਰੈ। ਕਦੇ ਸੱਪ ਨੂੰ ਵੇਖੋ, ਜਦੋਂ ਕੁੰਜ ਛੱਡਦਾ ਨਾ ਸੱਪ, ਅਕਸਰ ਖੇਤਾਂ ਵਿੱਚ ਇਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਤਪਸ਼ ਪੈਂਦੀ ਹੈ ਤੇ ਬਹੁਤ ਸਾਰੇ ਸੱਪ ਖੇਤ ਦੇ ਵਿੱਚ ਆਪਣੀ ਕੁੰਜ ਨੂੰ ਛੱਡ ਕੇ ਸਰਕ ਕੇ ਅੱਗੇ ਨੂੰ ਨਿਕਲਦੇ, ਆਮ ਜ਼ਿਮੀਂਦਾਰ ਭਾਈ ਵੇਖ ਲੈਂਦੇ, ਅਸੀਂ ਵੇਖਦੇ ਰਹੇ ਹਾਂ। ਉਹ ਉੱਪਰਲੀ ਜਿਹੜੀ ਕੁੰਜ ਹੁੰਦੀ ਉਹਦੇ ਸਰੀਰ ਦਾ ਹੀ ਹਿੱਸਾ ਹੈ, ਉਹਨੂੰ ਛੱਡ ਕੇ ਵਿੱਚੋਂ ਸੁਖਾਲਾ ਜਿਹਾ ਹੀ ਸਰਕ ਕੇ ਪਾਰ ਨਿਕਲ ਜਾਂਦਾ ਹੈ। ਹਾਂਜੀ, ਤਿਉ ਹਟ ਕੈ ਨਹਿ ਬਹੁਰ ਸੰਭਾਰੈ। ਤੇ ਜਿਹੜੀ ਕੁੰਜ ਨੂੰ ਉਹ ਛੱਡ ਦਿੰਦਾ, ਮੁੜ ਕੇ ਉਹਨੂੰ ਦੁਬਾਰਾ ਨਹੀਂ ਸਾਂਭਦਾ ਕਿ ਵੀ ਮੇਰੀ ਕੁੰਜ ਹੈ। ਇਉਂ ਜਿਹੜੇ ਤਨ ਹੰਤਾ ਨੂੰ ਛੱਡ ਦਿੰਦੇ ਵੀ ਸੱਪ ਦੀ ਕੁੰਜ ਵਾਂਗੂ ਵੀ ਇਹ ਛੱਡ ਦਿੱਤੀ, ਇਹਦੀ ਹੰਤਾ ਹੈ, ਮੇਰਾ ਨਹੀਂ ਹੈ, ਉਹ ਮੁੜ ਕੇ ਫਿਰ ਇਸ ਸਰੀਰ ਦੇ ਉੱਤੇ ਆਪਣੀ ਮਮਤਾ ਨਹੀਂ ਜੋੜਦੇ। ਰਹਿੰਦੇ ਭਾਵੇਂ ਇਸੇ ਸਰੀਰ ਵਿੱਚ ਹੀ ਨੇ, ਪਰ ਇਸ ਸਰੀਰ ਨਾਲ ਮੁੜ ਕੇ ਕਦੇ ਆਪਣੀ ਹੰਗਤਾ ਨਹੀਂ ਜੋੜਦੇ। ਉਹਨਾਂ ਦੀ ਆਤਮਾ, ਉਹਨਾਂ ਦੀ ਸੁਰਤ, ਉਹਨਾਂ ਦੀ ਵਿਰਤੀ ਬ੍ਰਹਮਮੁਖੀ ਹੋ ਕੇ, ਅੰਤਰਮੁਖੀ ਹੋ ਕੇ ਬ੍ਰਹਮਮਈ ਹੋ ਜਾਂਦੀ ਹੈ, ਜਿਸ ਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਹਨ। ਉਸ ਸਥਿਤੀ ਵਿੱਚ, ਆਤਮਾ ਦੇ ਆਨੰਦ ਵਿੱਚ ਉਹਨਾਂ ਦੀ ਸੁਰਤ ਟਿਕ ਜਾਂਦੀ ਹੈ। ਤਨ ਕੋ ਮੋਹ ਨ ਕਬਹੀ ਲਹੀ। ਉਹਨਾਂ ਨੂੰ ਕਦੇ ਫਿਰ ਤਨ ਦਾ ਮੋਹ ਨਹੀਂ ਵਿਆਪਦਾ, ਸਰੀਰ ਦਾ ਮੋਹ ਉਹਨਾਂ ਨੂੰ ਨਹੀਂ ਵਿਆਪਦਾ, ਮੁੜ ਕੇ ਸਰੀਰ ਦੀ ਮਮਤਾ ਨਹੀਂ ਆਉਂਦੀ। ਮ੍ਰਿਤ ਕਿਦੋ ਜੀਵਤ ਬਹੁ ਰਹੀ। ਉਹ ਭਾਵੇਂ ਸਰੀਰ ਛੱਡ ਦੇਣ ਤੇ ਭਾਵੇਂ ਜਿਉਂਦੇ ਰਹਿਣ, ਦੋਵੇਂ ਵੇਲੇ ਮੁਕਤੀ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਨਹੀਂ ਵੀ ਜਦੋਂ ਸਰੀਰ ਛੱਡਣਗੇ, ਮਰਨਗੇ, ਸਰੀਰ ਮਰੇਗਾ ਫਿਰ ਉਹ ਮੁਕਤ ਹੋਣਗੇ। ਕਹਿੰਦੇ ਉਹ ਜਿਉਂਦੇ ਹੋਣ, ਭਾਵੇਂ ਸਰੀਰ ਨੂੰ ਤਿਆਗ ਦੇਣ, ਉਹ ਮੁਕਤ ਹੀ ਨੇ ਜਿਹੜੇ ਤਨ ਦੀ ਮਮਤਾ ਤੇ ਸਰੀਰ ਦੀ ਹੰਗਤਾ ਨੂੰ ਛੱਡ ਦਿੰਦੇ ਨੇ। ਨਾਸ਼ਵੰਤ ਨਿਤ ਲਖੈ ਸਰੀਰਾ। ਉਹ ਹਮੇਸ਼ਾ ਆਪਣੇ ਇਸ ਸਰੀਰ ਨੂੰ ਨਾਸ਼ਵਾਨ ਜਾਣਦੇ ਐ ਕਿ ਇਹ ਸਰੀਰ ਨਸ਼ਵਰ ਹੈ, ਇਹਨੇ ਨਾਸ਼ ਹੋਣਾ ਹੈ। ਛਿਨ ਛਿਨ ਕਰਕੇ, ਪਲ ਪਲ ਕਰਕੇ ਇਹ ਕਾਇਆ ਜਰਜਰੀ ਹੋ ਰਹੀ ਹੈ ਔਰ ਇਹ ਆਪਣੇ ਅੰਤ ਵਾਲੇ ਪਾਸੇ ਜਾ ਰਹੀ ਹੈ। ਨਹੀਂ ਕਦਾਚਿਤ ਮਨ ਹੈ ਬੀਰਾ। ਉਹ ਕਦੇ ਇਸ ਸਰੀਰ ਨਾਲ ਜੁੜ ਕੇ ਇਸ ਸਰੀਰ ਦੀ ਪੀੜਾ ਨੂੰ ਪੀੜਾ ਨਹੀਂ ਮੰਨਦੇ, ਸਰੀਰ ਦੀ ਪੀੜਾ ਨੂੰ ਪੀੜਾ ਨਹੀਂ ਮੰਨਦੇ। ਮਾਛੀਵਾੜੇ ਦੇ ਜੰਗਲਾਂ ਵਿੱਚ ਟੁਰੇ ਫਿਰਦੇ ਵੀ ਕਹਿੰਦੇ ਐ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਉਹ ਸਰੀਰ ਦੀ ਪੀੜਾ ਨੂੰ ਪੀੜਾ ਨਹੀਂ ਮੰਨਦੇ। ਸੁਨ ਮਰਦਾਨੇ ਗਿਰਾ ਬਖਾਨੀ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਸਭ ਸ਼ੁਭ ਯੋਗ ਆਪ ਗੁਣ ਖਾਨੀ। ਮਹਾਰਾਜ ਆਪ ਜੀ ਸਭ ਪ੍ਰਕਾਰ ਨਾਲ ਸ਼ੁਭ ਯੋਗ ਹੋ, ਗੁਣਾ ਦੀ ਖਾਨ ਹੋ। ਮਮ ਪਰ ਕਿਰਪਾ ਹੋਏ ਤੁਮ ਜਬ ਹੀ। ਮਹਾਰਾਜ ਇਹ ਸਭ ਕੁਝ ਮੈਨੂੰ ਤਾਂ ਮਿਲੇਗਾ ਜੇ ਤੁਹਾਡੀ ਕਿਰਪਾ ਹੋਵੇਗੀ ਮੇਰੇ ਤੇ ਸਤਿਗੁਰੂ। ਭਾਈ ਮਰਦਾਨਾ ਜੀ ਕਹਿੰਦੇ, ਮਮ ਪਰ ਕਿਰਪਾ ਹੋਏ ਤੁਮ ਜਬ ਹੀ। ਮਹਾਰਾਜ ਜਦੋਂ ਮੇਰੇ ਤੇ ਤੁਹਾਡੀ ਕਿਰਪਾ ਹੋਵੇਗੀ, ਨਿਜ ਸਰੂਪ ਲਖ ਸਕ ਹੋ ਤਬ ਹੀ। ਤਦੇ ਮੈਂ ਆਪਣੇ ਨਿਜ ਸਰੂਪ ਨੂੰ ਲਖਾਂਗਾ, ਤਦੇ ਮੈਂ ਆਪਣੇ ਨਿਜ ਸਰੂਪ ਨੂੰ ਜਾਣਾਂਗਾ ਕਿ ਮੇਰਾ ਸਰੂਪ ਕੀ ਹੈ, ਜਦੋਂ ਤੁਹਾਡੀ ਕਿਰਪਾ ਹੋਵੇਗੀ। ਬਿਨਾਂ ਤੁਹਾਡੀ ਦਇਆ ਤੋਂ, ਗੁਰੂ ਕਿਰਪਾ ਤੋਂ ਬਿਨਾਂ ਇਹ ਸਭ ਕੁਝ ਸੰਭਵ ਨਹੀਂ। ਜਿਹੜੀ ਖੇਡ ਉੱਪਰ ਦੱਸੀ ਹੈ ਨਾ ਵੀ ਤਨ ਹੰਤਾ ਤੋਂ ਰਹਿਤ ਹੋ ਕੇ ਆਤਮਮਈ ਬਿਰਤੀ ਬਣਾਉਣ ਦੀ, ਇਹ ਗੁਰਦੇਵ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਮਹਾਰਾਜ ਜਦੋਂ ਮੇਰੇ ਤੇ ਤੁਹਾਡੀ ਕਿਰਪਾ ਹੋਵੇਗੀ, ਤਦੇ ਮੈਂ ਆਪਣੇ ਨਿਜ ਸਰੂਪ ਨੂੰ ਲਖਾਂਗਾ, ਜਾਣਾਂਗਾ। ਇਸ ਵਿਦ ਕਰਤ ਪਰਸ ਪਰ ਜਹਵਾ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਬਿਲਾਸ ਕਰ ਰਹੇ ਸਨ ਭਾਈ ਮਰਦਾਨੇ ਨਾਲ। ਦੋਏ ਦੈਂ ਤੇ ਆਏ ਚਲ ਤਹਵਾ। ਇਹਨੇ ਨੂੰ ਦੋ ਰਾਖਸ਼ ਉਹ ਆ ਗਏ ਮਹਾਰਾਜ ਜੀ ਦੇ ਪਾਸ। ਠਾਂਡੇ ਹੋਏ ਬੂਝਤ ਪੇ ਐਸੇ। ਆ ਕੇ ਸਤਿਗੁਰਾਂ ਨੂੰ ਪੁੱਛਣ ਲੱਗੇ ਖਲੋ ਕੇ, ਕਹਤੇ ਆਏ ਕਿਉਂ ਤੁਮ ਬੈਸੇ। ਕਹਿਣ ਲੱਗੇ ਜੀ ਕਿੱਥੋਂ ਆਏ ਹੋ ਤੁਸੀਂ ਤੇ ਇੱਥੇ ਕਿਉਂ ਬੈਠੇ ਹੋ। ਸ਼੍ਰੀ ਗੁਰ ਕਹੈ ਦੂਤ ਹਮ ਰਾਮੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਅਸੀਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਦੂਤ ਹਾਂ। ਇੱਥੇ ਦੋ ਕਟਾਕਸ਼ ਨੇ, ਦੂਤ ਹੈ ਦੂਤ ਸੁਣ, ਹਮ ਰਾਮੋ ਅਸੀਂ ਰਾਮ ਅਕਾਲ ਪੁਰਖ ਪਰਮੇਸ਼ਰ ਦਾ ਹੀ ਰੂਪ ਹਾਂ। ਇੱਥੇ ਜੇ ਹੁਣ ਕੋਈ ਅਰਥ ਕਰੇ ਦੂਤ ਹਮ ਰਾਮੂ ਤੇ ਅਰਥ ਹੋਏਗਾ ਵੀ ਅਸੀਂ ਰਾਮ ਜੀ ਦੇ ਦੂਤ ਹਾਂ, ਇਹ ਅਰਥ ਨਹੀਂ। ਉਹਨੂੰ ਦੂਤ ਨੂੰ ਕਹਿੰਦੇ ਆ, ਹੇ ਦੂਤ ਸੁਣ, ਕਿਉਂਕਿ ਉਹ ਦੂਤ ਸੀ ਦੋਵੇਂ। ਕਹਿੰਦੇ ਹੇ ਦੂਤ ਸੁਣ, ਹਮ ਰਾਮੂ ਅਸੀਂ ਰਾਮ ਹਾਂ, ਯਾਨੀ ਕਿ ਉਸ ਅਕਾਲ ਪੁਰਖ ਦੀ ਹੀ ਜੋਤ ਹਾਂ। ਮਿਲਨ ਬਪੀਖਨ ਕੋ ਹੈ ਕਾਮੋ। ਤੁਹਾਡਾ ਰਾਜਾ ਇੱਥੇ ਫਿਰਦਾ ਵਿਭੀਸ਼ਣ, ਕਿਉਂਕਿ ਸੂਖਮ ਰੂਪ ਦੇ ਵਿੱਚ ਹਾਲੇ ਵੀ ਹੈ। ਸਾਧਨਾ ਇਤਨੀ ਪ੍ਰਬਲ ਨਹੀਂ ਸੀ ਹੋਈ ਕਿ ਮਹਾ ਆਕਾਸ਼ ਵਿੱਚ ਬ੍ਰਹਮ ਵਿੱਚ ਉਹ ਵਲੀਨ ਹੋ ਸਕੇ। ਸਰਗੁਣ ਸਰੂਪ ਵਿੱਚ ਸ਼੍ਰੀ ਰਾਮ ਜੀ ਦੀ ਭਗਤੀ ਕਰ ਰਹੇ ਸਨ, ਪਰ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦਤਾ ਨਹੀਂ ਸੀ ਹੋਈ। ਉਹ ਅਭੇਦਤਾ ਗੁਰੂ ਨਾਨਕ ਸਾਹਿਬ ਦੇ ਸਪਰਸ਼ ਕਰਕੇ ਹੋਈ ਹੈ। ਮਹਾਕਵੀ ਜੀ ਇੱਥੇ ਗੁਰੂ ਪਾਤਸ਼ਾਹ ਨੂੰ ਸਭ ਤੋਂ ਉੱਤਮ ਦੱਸ ਰਹੇ ਨੇ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਪਾਤਸ਼ਾਹ ਸਭ ਤੋਂ ਉੱਤਮ ਹਨ। ਮਹਾਰਾਜ ਜੀ ਨੇ ਬਚਨ ਕਿਹਾ ਕਿ ਵਿਭੀਖਣ ਦੇ ਨਾਲ ਸਾਨੂੰ ਮਿਲਣ ਦਾ ਕੰਮ ਹੈ। ਵਹਿਰ ਨਿਕਸ ਕੈ ਆਵਹਿ ਪਾਸੋ। ਜਾਓ ਜਾ ਕੇ ਵਿਭੀਸ਼ਣ ਨੂੰ ਕਹੋ ਕਿ ਉਹ ਬਾਹਰ ਆ ਕੇ ਸਾਨੂੰ ਮਿਲੇ। ਮਿਲ ਹੈ ਤਬ ਨਹਿ ਜਾਏ ਅਵਾਸੋ। ਹਾਂ ਉਹ ਸਾਨੂੰ ਮਿਲੇ, ਆ ਕੇ ਮਿਲ ਕੇ ਏਦਾਂ ਨਹੀਂ ਅਸੀਂ ਉਹਦੇ ਘਰ ਜਾਣਾ। ਦੋਹਰਾ ਅਸੁਰ ਸੁਨਤ ਗਮਨੇ ਨਗਰ, ਨਿਜ ਪਤ ਕੋ ਸੁਧ ਦੀਨ। ਹੁਣ ਉਹ ਵਿਭੀਸ਼ਣ ਦੇ ਜਿਹੜੇ ਦੂਤ ਸਨ ਉਹ ਸੁਣ ਕੇ ਗੁਰੂ ਸਾਹਿਬ ਦੇ ਬਚਨ ਵਿਭੀਸ਼ਣ ਕੋਲ ਗਏ। ਨੀਕੇ ਉਪਬਨ ਕੇ ਬਿਖੈ ਬੈਠੇ ਮਾਨੁਖ ਤੀਨ। ਕਹਿਣ ਲੱਗੇ ਹੇ ਰਾਜਾ ਵਿਭੀਸ਼ਣ ਸੁਣ, ਤਿੰਨ ਮਨੁੱਖ ਨੇ ਬਾਹਰ ਬਾਗ ਵਿੱਚ ਬਗੀਚੇ ਵਿੱਚ ਆਏ ਬੈਠੇ ਹਨ। ਚੌਪਈ ਹਮ ਹੈ ਰਾਮ ਦੂਤ ਇਉ ਕਹੀ। ਉਹ ਦੂਤ ਕਹਿੰਦੇ ਆ, ਉਹ ਆਖਦੇ ਨੇ ਵੀ ਅਸੀਂ ਰਾਮ ਹੀ ਹਾਂ, ਅਸੀਂ ਰਾਮ ਹੀ ਹਾਂ, ਰਮੇ ਹੋਏ ਰਾਮ ਅਕਾਲ ਪੁਰਖ ਪਰਮੇਸ਼ਰ ਦੀ ਹੀ ਜੋਤ ਹਾਂ। ਸੰਗ ਆਪ ਕੇ ਮਿਲਨੋ ਚਾਹੀ। ਉਹ ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦੇ ਹਨ। ਉਠਿਓ ਬਪੀਖਨ ਕਰ ਪਗ ਨੰਗੇ। ਉਸੇ ਵੇਲੇ ਵਿਭੀਸ਼ਣ ਉੱਠਿਆ ਵੀ ਰਾਮ ਆਏ ਨੇ, ਆਪ ਅਕਾਲ ਪੁਰਖ ਜੀ ਨੇ। ਆਪਣੇ ਪੈਰਾਂ 'ਚ ਵਿਭੀਸ਼ਣ ਨੇ ਜੋੜਾ ਲਾਇਆ। ਗੁਰਬਾਣੀ ਵਿੱਚ ਵਿਭੀਸ਼ਣ ਨੂੰ ਗੁਰਮੁਖ ਲਿਖਿਆ ਹੈ। ਭੇਦ ਵਿਭੀਖਣ ਗੁਰਮੁਖ ਪਰਚਾਇਣ। ਤੋ ਉਸੇ ਵੇਲੇ ਪੈਰਾਂ 'ਚੋਂ ਜੋੜੇ ਲਾ ਕੇ
ਨਗਨ ਪੈਰੀ ਹੋ ਕੇ ਗਿਆ। ਰਾਖਸ਼ ਚਲੇ ਬਹੁਤ ਦੇਹ ਸੰਗੇ, ਉਹਦੇ ਨਾਲ ਉਹਦੇ ਹੋਰ ਜਿਹੜੇ ਰਾਖਸ਼ ਦੂਤ ਸਨ ਉਹ ਚੱਲੇ ਹਨ। ਬੜੇ ਆਕਾਰ ਗਿਰ ਬੱਪ ਹੈ ਜੈਸੇ, ਔਰ ਕਹਿੰਦੇ ਜਿਹੜੇ ਦੂਤ ਨਾਲ ਚੱਲੇ ਨੇ ਬੜੇ ਬੜੇ ਵੱਡੇ ਆਕਾਰਾਂ ਵਾਲੇ ਹਨ। ਨਾਸਾ ਕਰਨ ਕੰਦਰਾ ਤੈਸੇ, ਉਹਨਾਂ ਦੀਆਂ ਨਾਸਾਂ ਤੇ ਕੰਨ ਬੜੀਆਂ ਬੜੇ ਵੱਡੇ ਕੰਧਰਾਵਾਂ ਦੇ ਸਮਾਨ ਨੇ। ਦੋਨੋਂ ਰਾਖਸ਼ ਅਗਰਜ ਕਰਕੇ, ਉਹ ਜਿਹੜੇ ਦੋ ਰਾਖਸ਼ ਦੂਤ ਸਨ ਉਹਨਾਂ ਨੂੰ ਵਿਭੀਸ਼ਣ ਨੇ ਅੱਗੇ ਕੀਤਾ ਵੀ ਤੁਸੀਂ ਦੱਸੋ ਕਿੱਥੇ ਨੇ। ਆਇਓ ਨਿਕਟ ਭਾਉ ਉਰ ਧਰ ਕੇ, ਪ੍ਰੇਮ ਭਾਵਨਾ ਧਾਰਨ ਕਰਕੇ ਵਿਭੀਸ਼ਣ ਆਇਆ। ਧਰੀ ਉਪਾਇਨ ਆਗੈ ਨੀਕੀ, ਗੁਰਦੇਵ ਦੇ ਚਰਨਾਂ 'ਚ ਜਥਾ ਸ਼ਕਤ ਭੇਟਾ ਅਰਪਣ ਕੀਤੀ। ਬੰਧਨ ਕੀ ਸ਼ਰਧਾ ਧਰ ਜੀ ਕੀ। ਹੁਣ ਕੋਈ ਆਖੇ ਵੀ ਸਤਯੁਗ ਤੇ ਕਲਯੁਗ ਦੇ ਵਿੱਚ ਸੈਂਕੜੇ ਵਰਿਆਂ ਦਾ ਫਾਸਲਾ ਵਿਭੀਸ਼ਣ ਕਿਵੇਂ ਮਿਲਿਆ ਗੁਰੂ ਨਾਨਕ ਸਾਹਿਬ ਨੂੰ। ਮੈਂ ਪਹਿਲਾਂ ਪ੍ਰਥਮ ਬੇਨਤੀ ਕੀਤੀ ਵੀ ਸਥੂਲ ਰੂਪ ਵਿੱਚ ਨਹੀਂ ਮਿਲਿਆ। ਸਥੂਲ ਰੂਪ ਦੇ ਵਿੱਚ ਵਿਭੀਸ਼ਣ ਦੀ ਕਾਇਆ ਬਿਨਸ ਗਈ ਹੈ, ਸਥੂਲ ਰੂਪ ਵਿੱਚ ਉਹਦਾ ਸਰੀਰ ਨਹੀਂ ਹੈ, ਪਰ ਸੂਖਮ ਸਰੀਰ ਜਿਹੜੇ ਸਾਡੇ ਹਨ ਉਹ ਜੁਗਾਂ ਤਾਈਂ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਨੇ, ਚਾਹੇ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਵੀ ਬੀਤ ਜਾਏ। ਉਹ ਉਦੋਂ ਤੱਕ ਸੂਖਸ਼ਮ ਸਰੀਰ ਖਤਮ ਨਹੀਂ ਹੁੰਦਾ ਜਦੋਂ ਤੱਕ ਅਵਿਦਿਆ ਦੇ ਕਾਰਨ ਦੇਹ ਦੀ ਨਿਰਵਿਰਤੀ ਨਹੀਂ ਹੁੰਦੀ। ਧਿਆਨ ਨਾਲ ਗਹੁ ਨਾਲ ਵਿਚਾਰ ਨਾਲ ਸੁਣਨ ਦਾ ਯਤਨ ਕਰਨਾ। ਤਿੰਨ ਦੇਹਾਂ ਨੇ। ਬਾਹਰਲਾ ਇਹ ਸਰੀਰ ਸਥੂਲ ਸਰੀਰ ਹੈ, ਇਹ ਪੰਜਾਂ ਤੱਤਾਂ ਦਾ ਬਣਿਆ। ਇਹ ਬਿਨਸੇਗਾ 50 60 ਸਾਲ 70 ਸਾਲ ਕਿੰਨੀ ਕਿਸੇ ਦੀ ਆਯੂ ਹੈ, ਇਹਨੇ ਖਤਮ ਹੋ ਜਾਣਾ ਹੈ। ਇੱਕ ਇਹਦੇ ਅੰਦਰ ਸਰੀਰ ਹੈ ਜਿਹੜਾ 17 ਤੱਤਾਂ ਦਾ ਬਣਿਆ, ਉਹਨੂੰ ਸੂਖਸ਼ਮ ਸਰੀਰ ਕਹਿੰਦੇ ਹੈ। ਉਹ ਸੂਖਸ਼ਮ ਸਰੀਰ ਇਸ ਸਥੂਲ ਸਰੀਰ ਚੋਂ ਨਿਕਲ ਜਾਂਦਾ, ਉਹੀ ਅੱਗੇ ਦੂਸਰੇ ਜਨਮ ਨੂੰ ਧਾਰਦਾ, ਫਿਰ ਤੀਸਰੇ ਨੂੰ, ਫਿਰ ਚੌਥੇ ਨੂੰ। ਜੇ ਸਰੀਰ ਨਾ ਮਿਲੇ ਤੇ ਉਹ ਸੂਖਸ਼ਮ ਸਰੀਰ ਬਣਿਆ ਰਹਿੰਦਾ ਤਦੋਂ ਤੱਕ, ਉਦੋਂ ਤੱਕ ਜਦੋਂ ਤੱਕ ਉਹਦੇ ਅੰਦਰ ਇੱਕ ਹੋਰ ਦੇਹ ਹੈ ਕਾਰਨ ਦੇ, ਜਿਹੜੀ ਅਵਿਦਿਆ ਦੀ ਬਣੀ ਹੋਈ ਹੈ। ਉਸ ਅਵਿਦਿਆ ਦੀ ਨਿਰਵਿਰਤੀ ਬ੍ਰਹਮ ਗਿਆਨ ਨਾਲ ਹੁੰਦੀ ਹੈ। ਜਦੋਂ ਬ੍ਰਹਮ ਗਿਆਨ ਹੋਵੇ ਤਾਂ ਉਸ ਅਵਿਦਿਆ ਦੀ ਨਿਰਵਿਰਤੀ ਹੁੰਦੀ ਹੈ। ਫਿਰ ਉਹ ਕਾਰਨ ਦੇ ਤੋਂ ਫਿਰ ਸੂਖਮ ਸਰੀਰ ਦਾ ਵੀ ਨਿਰਵਾਰਨ ਹੋ ਕੇ ਪਰਮ ਤਤ ਸਤ ਅਕਾਲ ਪੁਰਖ ਪਰਮੇਸ਼ਰ ਵਿੱਚ ਭੇਦ ਹੋ ਕੇ ਸदैवी ਕਾਲ ਲਈ ਮੁਕਤ ਹੁੰਦਾ ਹੈ। ਨਹੀਂ ਤਾਂ ਉਦੋਂ ਤੱਕ ਜੁਗਾਂ ਤੱਕ ਇਹਦੀ ਦੇਹ ਬਣੀ ਰਹਿੰਦੀ ਹੈ। ਉਹ ਸੂਖਮ ਸਰੀਰ ਸੀ ਵਿਭੀਸ਼ਣ ਦਾ, ਕਿਉਂਕਿ ਹਾਲੇ ਅਵਿਦਿਆ ਦੀ ਕਾਰਨ ਦੇ ਸੀ ਅੰਦਰ। ਰਾਮਚੰਦਰ ਜੀ ਰਾਜ ਦੇ ਕੇ ਚਲੇ ਗਏ, ਪਰ ਉਸ ਤੋਂ ਬਾਅਦ ਹਾਲੇ ਤੱਕ ਉਹ ਅਵਸਥਾ ਨਹੀਂ ਸੀ ਆਈ ਜਿੱਥੇ ਜਾ ਕੇ ਉਹ ਸੂਖਮ ਸਰੀਰ ਵੀ ਛੁੱਟ ਜਾਂਦਾ ਤੇ ਮੁਕਤ ਹੋ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲ ਰਿਹਾ ਹੈ, ਆ ਕੇ ਜਥਾ ਸ਼ਕਤ ਭੇਟਾ ਅਰਪਣ ਕੀਤੀ ਹੈ। ਰਾਮ ਨਾਮ ਕਹਿ ਬੈਠ ਸਮੀਪਾ, ਕਿਉਂਕਿ ਵਿਭੀਸ਼ਣ ਜੀ ਰਾਮ ਰਾਮ ਜਪਦੇ ਸਨ। ਆਖਿਆ ਮਹਾਰਾਜ ਰਾਮ ਰਾਮ ਰਾਮ, ਏਦਾਂ ਕਹਿੰਦਿਆਂ ਬੈਠ ਗਏ। ਕੁਸ਼ਲ ਬੋਝ ਬੇਦੀ ਕੁਲ ਦੀਪਾ, ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਜੀ ਵਿਭੀਸ਼ਣ ਦਾ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ। ਬੋਲੇ ਬਹੁ ਰਸਨ ਹੋ ਲੰਕੇਸ਼ਾ, ਮਹਾਰਾਜ ਜੀ ਬੋਲੇ, ਕਹਿੰਦੇ ਹਾਂ ਲੰਕੇਸ਼, ਕਿਉਂਕਿ ਵਿਭੀਸ਼ਣ ਲੰਕਾ ਦਾ ਰਾਜਾ ਸੀ ਨਾ। ਮਹਾਰਾਜ ਜੀ ਕਹਿੰਦੇ ਹਾਂ ਲੰਕੇਸ਼ ਦੱਸ। ਭਇਓ ਬਿਰਹੇ ਚਿਰਕਾਲ ਰਘੁਵੇਸ਼ਾ, ਬੜੇ ਲੰਮੇ ਸਮੇਂ ਤੋਂ ਬਿਰਹਾ ਹੈ ਸ਼੍ਰੀ ਰਾਮ ਨਾਲ ਤੇਰਾ। ਤੂੰ ਸ਼੍ਰੀ ਰਾਮਚੰਦਰ ਦਾ ਸੇਵਕ ਹੈ ਔਰ ਬੜੇ ਲੰਮੇ ਸਮੇਂ ਤੋਂ ਉਹਦੇ ਤੋਂ ਵਿਛੜਿਆ ਹੋਇਆ ਹੈ। ਮੇਲ ਫੇਰ ਕੀਨੋ ਕਹਿ ਨਾਹੀ, ਇਹ ਦੱਸ ਵੀ ਦੁਬਾਰਾ ਸ਼੍ਰੀ ਰਾਮ ਨਾਲ ਮੇਲ ਕੀਤਾ ਕਿ ਨਹੀਂ। ਮਹਾਰਾਜ ਜੀ ਪੁੱਛਦੇ, ਕਹਿੰਦੇ ਲੰਕੇਸ਼ ਤੂੰ ਬੜੇ ਚਿਰ ਦਾ ਸ਼੍ਰੀ ਰਾਮ ਤੋਂ ਵਿਛੜਿਆ, ਦੱਸ ਕਿ ਦੁਬਾਰਾ ਸ਼੍ਰੀ ਰਾਮ ਨੂੰ ਮਿਲਿਆ ਹੈ ਕਿ ਨਹੀਂ। ਮਹਾ ਭਗਤ ਤੋਂ ਦੈ ਤਨ ਮਾਹੀ, ਤੂੰ ਸਾਰੇ ਰਾਖਸ਼ਾਂ ਦੀ ਕੁੱਲ ਵਿੱਚ ਮਹਾ ਭਗਤ ਸੀ ਸ਼੍ਰੀ ਰਾਮ ਦਾ। ਲਖੇ ਵਿਭੀਖਨ ਸੰਤ ਸੋ ਪੂਰੇ, ਵਿਭੀਸ਼ਣ ਨੇ ਵੇਖਿਆ ਵੀ ਇਹ ਕੋਈ ਪੂਰਨ ਵਲੀ ਸੰਤ ਹਨ। ਹਾਥ ਬੰਦ ਬੋਲਿਓ ਬਚਰੂਰੇ, ਕਿਉਂਕਿ ਤਦੇ ਗੱਲਬਾਤ ਕਰਨ ਨੂੰ ਪਤਾ ਸੀ ਵੀ ਸਾਨੂੰ ਕੋਈ ਦੂਜਾ ਤਾਂ ਵੇਖ ਹੀ ਨਹੀਂ ਸਕਦਾ। ਇਹ ਸੰਤ ਨੇ ਤਦੇ ਸਾਨੂੰ ਮਿਲ ਕੇ ਗੱਲਬਾਤ ਕਰ ਰਹੇ ਨੇ। ਹੱਥ ਜੋੜ ਕੇ ਵਿਭੀਸ਼ਣ ਬੋਲਿਆ, ਸੁਨੋ ਸੰਤ ਜਬ ਕਾ ਮੈਂ ਵਿਛਰਾ। ਕਹਿਣ ਲੱਗਾ ਸੰਤ ਜੀ ਸੁਣੋ, ਸਤਿਗੁਰਾਂ ਨੂੰ ਸੰਤ ਸ਼ਬਦ ਨਾਲ ਸੰਬੋਧਨ ਕਰਦਾ ਹੈ। ਕਹਿੰਦਾ ਸੰਤ ਜੀ ਸੁਣੋ, ਜਦੋਂ ਦਾ ਮੈਂ ਸ਼੍ਰੀ ਰਾਮ ਤੋਂ ਵਿਛੜਿਆ ਹਾਂ, ਤਬ ਕਾ ਰਾਮ ਨਾਮ ਉਰ ਧਰਾ, ਉਦੋਂ ਦਾ ਮੈਂ ਆਪਣੇ ਹਿਰਦੇ 'ਚ ਰਾਮ ਨਾਮ ਵਸਾਇਆ ਔਰ ਅੱਠੇ ਪੈਰ ਰਾਮ 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 ਰਾਮ
ਇਹੀ ਜਪਦਾ ਹਾਂ। ਨਹਿ ਵਿਛਰਿਓ ਮੈਂ ਜਾਣਹੁ ਤਿਨ ਕੋ। ਕਹਿੰਦੇ ਜਦੋਂ ਦਾ ਰਾਮ ਰਾਮ ਜਪ ਰਿਹਾ ਮੈਨੂੰ ਕਦੇ ਮਹਿਸੂਸ ਹੋਇਆ ਹੀ ਨਹੀਂ ਕਿ ਮੈਂ ਰਾਮ ਤੋਂ ਵਿਛੜਿਆ ਹੋਇਆ। ਮੈਂ ਇਹ ਕਦੇ ਮਹਿਸੂਸ ਕੀਤਾ ਹੀ ਨਹੀਂ ਕਿ ਮੈਂ ਰਾਮ ਤੋਂ ਵਿਛੜਿਆ ਹੋਇਆ। ਚਿਤ ਮਹਿ ਨਾਮ ਬਸਤ ਨਿਤ ਜਿਨ ਕੋ। ਕਿਉਂਕਿ ਜਿਨ੍ਹਾਂ ਦੇ ਚਿੱਤ 'ਚ ਰਾਮ ਨਾਮ ਵਸਦਾ ਹੈ, ਉਹ ਕਦੇ ਰਾਮ ਤੋਂ ਵਿਛੜੇ ਹੀ ਨਹੀਂ। ਹਿਰਦੈ ਧਰ ਕੇ ਧਿਆਨ ਮੁਕੰਦਾ। ਮੈਂ ਆਪਣੇ ਹਿਰਦੇ 'ਚ ਉਹਨਾਂ ਦਾ ਧਿਆਨ ਧਾਰਦਾ ਹਾਂ। ਨਿਤਾ ਪ੍ਰਤੀ ਹੋ ਮਗਨ ਆਨੰਦਾ। ਔਰ ਨਿਤਾ ਪ੍ਰਤੀ ਉਹਦੇ ਵਿੱਚ ਮਗਨ ਹੋ ਜਾਂਦਾ। ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਉਹਨਾਂ ਤੋਂ ਵਿਛੜਿਆ ਹੋਇਆ। ਦੋਹਰਾ ਮੇਲ ਸਰੀਰਨ ਕੋ ਬਨਿਓ ਵਿਚਰਨ ਹੈ ਇਨ ਅੰਤ। ਕਹਿਣ ਲੱਗਾ ਜੀ ਨਾ ਸਰੀਰਾਂ ਦਾ ਮੇਲ ਤੇ ਵਿਛੜਨਾ ਦੋਵੇਂ ਬਣੇ ਹੋਏ ਨੇ। ਇਹ ਸੁਭਾਵਕ ਹੈ ਕਿ ਸਰੀਰ ਮਿਲਦੇ ਵੀ ਨੇ ਤੇ ਸਰੀਰ ਵਿਛੜਦੇ ਵੀ ਨੇ। ਮਿਲੇ ਨ ਵਿਚਰ ਹੈ ਸੇ ਸਦਾ ਜਿਨੇ ਔਰ ਨਾਮ ਸੁਮੰਤ। ਜਿਨ੍ਹਾਂ ਦੇ ਹਿਰਦਿਆਂ 'ਚ ਨਾਮ ਵਸ ਜਾਂਦਾ ਹੈ ਸੰਤ ਜੀ, ਉਹ ਇਹੋ ਜਿਹੇ ਮਿਲਦੇ ਨੇ, ਫਿਰ ਉਹਨਾਂ ਦਾ ਕਦੇ ਵਿਛੋੜਾ ਹੁੰਦਾ ਹੀ ਨਹੀਂ, ਉਹ ਕਦੇ ਵਿਛੜਦੇ ਹੀ ਨਹੀਂ। ਚੌਪਈ ਜਬ ਸ਼੍ਰੀ ਰਾਮ ਲੰਕ ਚੜ ਆਇਓ। ਜਦੋਂ ਸ਼੍ਰੀ ਰਾਮਚੰਦਰ ਜੀ ਇਸ ਲੰਕਾ ਤੇ ਚੜ ਕੇ ਆਏ ਸਨ, 10 ਸਿਰ ਕੋ ਮੈਂ ਤਬ ਸਮਝਾਇਓ। ਮੈਂ 10 ਸਿਰ ਰਾਵਣ ਨੂੰ ਸਮਝਾਇਆ ਸੀ, ਮੇਰਾ ਭਰਾ ਸੀ। ਮੈਂ ਉਹਨੂੰ ਸਮਝਾਇਆ ਸੀ ਵੀ ਤੂੰ ਰਾਮਚੰਦਰ ਜੀ ਨਾਲ ਲੜਾਈ ਨਾ ਕਰ, ਉਹ ਤ੍ਰੇਤੇ ਦੇ ਮਾਲਕ ਨੇ, ਭਗਵਾਨ ਨੇ, ਤੂੰ ਉਹਨਾਂ ਨਾਲ ਜੰਗ ਨਾ ਕਰ। ਸੀਤਾ ਦੇ ਮਿਲੋ ਰਘੁਨਾਥੰ। ਮੈਂ ਕਿਹਾ ਸੀ ਸੀਤਾ ਉਹਨਾਂ ਨੂੰ ਦੇ ਦੇ ਔਰ ਉਹਨਾਂ ਨੂੰ ਜਾ ਕੇ ਉਹਨਾਂ ਦੀ ਸ਼ਰਨ 'ਚ ਪੈ ਕੇ ਮਿਲ। ਰਾਵਣ ਦੀ ਘਰ ਮਦੋਦਰੀ ਨੇ ਵੀ ਕਿਹਾ ਸੀ ਤੂੰ ਸਮਝ ਜਾ, ਹਾਲੇ ਵੀ ਸਮਝ ਜਾ, ਪਰ ਉਹ ਨਹੀਂ ਸਮਝਿਆ। ਰਾਜ ਕਰੋ ਬੈਠੇ ਸੁਖ ਸਾਥੰ। ਔਰ ਸਾਰੀ ਜ਼ਿੰਦਗੀ ਰਾਜ ਕਰੇਗਾ। ਆ ਖਾਲਸਾ ਜੀ ਜਦੋਂ ਆ ਦੁਸਹਿਰਾ ਨਹੀਂ ਹੁੰਦਾ, ਦੁਸਹਿਰੇ ਦੇ ਦਿਨਾਂ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਆਉਂਦਾ ਹੁੰਦਾ, ਆਖੇ ਜੀ ਰਾਵਣ ਤਾਂ ਬੜਾ ਨੇਕ ਬੰਦਾ ਸੀ, ਬੜਾ ਭਲਾ ਆਦਮੀ ਸੀ, ਬੜਾ ਪੜ੍ਹਿਆ ਲਿਖਿਆ ਸੀ, ਚਾਰੇ ਵੇਦ ਉਹਨੇ ਬਣਾਏ ਸੀ, ਕਾਲ ਸ਼ਾਸਤਰ ਉਹਨੇ ਬਣਾਇਆ ਹੋਇਆ ਸੀ। ਰਾਵਣ ਦੀ ਉਪਮਾ ਦੇ ਮੈਸੇਜ ਪੜ੍ਹਨ ਨੂੰ ਮਿਲਦੇ ਆ। ਉਹਨਾਂ ਨੂੰ ਖਬਰੇ ਗੁਰਬਾਣੀ ਨਹੀਂ ਪੜ੍ਹੀ ਚੇਤੇ ਆਉਂਦੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਸ ਰਾਵਣ ਨੂੰ ਲਾਹਨਤ ਪਾਉਂਦਿਆਂ ਕਹਿੰਦੇ ਆ ਮੂਰਖ ਰਾਵਣ ਕਿਆ ਲੈ ਗਿਆ। ਕਿਉਂਕਿ ਕਲੀ ਕਾਲ ਦਾ ਸਮਾਂ, ਇੱਥੇ ਕਿਸੇ ਦੀ ਧੀ ਭੈਣ ਨੂੰ ਕੋਈ ਹਰ ਕੇ ਲੈ ਜਾਵੇ ਤਾਂ ਉਹਦੀ ਉਪਮਾ ਕਰਨ ਵਾਲੇ ਜ਼ਿਆਦਾ ਸਮਾਜ ਦੇ ਵਿੱਚ ਸਪੋਰਟ ਵਿੱਚ ਆਉਂਦੇ ਆ ਨਾ। ਸਮਾਂ ਜੋ ਇਹੋ ਜਿਹਾ ਆ ਗਿਆ, ਰਾਵਣ ਦੀ ਬਿਰਤੀ ਜੋ ਵਾਧਾ ਵੱਧ ਗਈ ਹੈ ਸੰਸਾਰ ਦੇ ਵਿੱਚ। ਜਿੱਡਾ ਵੱਡਾ ਮਰਜ਼ੀ ਗਿਆਨੀ ਸੀ, ਜੇ ਕਿਸੇ ਦੀ ਘਰਵਾਲੀ ਨੂੰ ਹਰ ਕੇ ਲਿਜਾ ਰਿਹਾ ਤੇ ਕਿੱਡੀ ਸਿਆਣਪ ਦੀ ਗੱਲ ਕੀਤੀ ਭਲਾ ਉਹਨੇ। ਤੋਂ ਨਿਰਮੂਲ ਦੀਆਂ ਗੱਲਾਂ ਬਣਾ ਕੇ ਸਮਾਜ ਵਿੱਚ ਫੈਲਾਈਆਂ ਜਾਂਦੀਆਂ ਹਨ। ਗੁਰਬਾਣੀ ਵਿੱਚ ਰਾਵਣ ਨੂੰ ਮੂਰਖ ਕਿਹਾ, ਤੇ ਜੇ ਗੁਰਬਾਣੀ ਨੇ ਕਿਹਾ ਰਾਵਣ ਮੂਰਖ ਹੈ ਤੇ ਅਸੀਂ ਉਹਨੂੰ ਮੂਰਖ ਹੀ ਕਹਿਣਾ ਪਵੇ, ਜਿੰਨਾ ਮਰਜ਼ੀ ਵੱਡਾ ਗਿਆਨੀ ਹੋਵੇ। ਰਾਵਣ ਦੀ ਪੂਜਾ ਕਰਨ ਵਾਲੇ ਵੀ ਹਨ, ਇਧਰ ਲੰਕਾ ਦੇ ਵਿੱਚ ਰਾਵਣ ਦੀ ਪੂਜਾ ਵੀ ਹੁੰਦੀ ਹੈ, ਕਰਦੇ ਹੋਣਗੇ, ਪਰ ਸਾਡੇ ਵਾਸਤੇ ਸਾਡਾ ਅੰਤਲਾ ਫੈਸਲਾ, ਅੰਤਮ ਫੈਸਲਾ ਗੁਰੂ ਕੇ ਸਿੱਖ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਉਸ ਤੋਂ ਪਰੇ ਅਸੀਂ ਕਿਸੇ ਨੂੰ ਨਹੀਂ ਮੰਨਦੇ, ਕੋਈ ਲੱਖ ਹੋਵੇ। ਇਸ ਕਰਕੇ ਭਾਈ ਇਹੋ ਜਿਹੇ ਜਿਹੜੇ ਮੈਸੇਜ ਵਗੈਰਾ ਆਉਂਦੇ ਆ ਉਹ ਪੜ੍ਹ ਕੇ ਭਰਮਤ ਨਹੀਂ ਹੋਣਾ ਚਾਹੀਦਾ, ਚਕਰਤ ਨਹੀਂ ਹੋਣਾ ਚਾਹੀਦਾ। ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਿਹਾ ਵਿਭੀਸ਼ਣ, ਕਹਿੰਦਾ ਮੈਂ ਉਹਨੂੰ ਮੂਰਖ ਨੂੰ ਬੜਾ ਸਮਝਾਇਆ ਸੀ ਵੀ ਤੂੰ ਸੀਤਾ ਨੂੰ ਵਾਪਸ ਕਰ ਦੇ ਔਰ ਉਹਨਾਂ ਦੀ ਸ਼ਰਨ 'ਚ ਜਾ ਕੇ ਚਲਾ ਜਾ। ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ। ਉਹਨੇ ਗੁੱਸਾ ਕਰਕੇ ਭਰੀ ਸਭਾ 'ਚ ਮੇਰੀ ਛਾਤੀ 'ਚ ਲੱਤ ਮਾਰੀ ਮੈਨੂੰ। ਕਹਿੰਦਾ ਚੱਲ ਕਾਇਰਾ, ਚੱਲੋ ਗੱਦਾਰਾ, ਤੂੰ ਮੇਰਾ ਭਰਾ ਹੋ ਕੇ ਦੁਸ਼ਮਣ ਦੀ ਫੇਵਰ ਕਰਦਾ। ਏਦਾਂ ਉਹਨੇ ਮੇਰੀ ਛਾਤੀ 'ਚ ਲੱਤ ਮਾਰੀ। ਕੀਨੇ ਅਨਾਦਰ ਸਭਾ ਮਝਾਰੀ। ਭਰੀ ਸਭਾ ਦੇ ਵਿੱਚ ਉਹਨੇ ਮੇਰਾ ਅਨਾਦਰ ਕੀਤਾ। ਭਰੀ ਕਚਹਿਰੀ ਵਿੱਚ ਉਹਨੇ ਮੇਰੀ ਵੱਡੀ ਭਾਰੀ ਅਨਾਦਰ ਕਰਕੇ ਬੇਇੱਜ਼ਤੀ ਕੀਤੀ। ਲਾਤ ਪ੍ਰਹਾਰ ਕਸ਼ਟ ਸਹਿ ਤਬਹੀ। ਉਹਦੀ ਲੱਤ ਦਾ ਪ੍ਰਹਾਰ ਕਸ਼ਟ ਮੈਂ ਆਪਣੇ ਤਨ ਤੇ ਝੱਲਿਆ। ਦਹਿ ਦਿਸ਼ ਦੀਨ ਭਇਓ ਮੈਂ ਤਬਹੀ। ਮੈਨੂੰ ਉਹਨੇ ਕੱਢ ਦਿੱਤਾ, ਕਹਿੰਦਾ ਨਿਕਲ ਜਾ ਇੱਥੋਂ। ਮੈਂ 10 ਦਿਸ਼ਾਵਾਂ 'ਚ ਵੇਖਿਆ ਵੀ ਹੁਣ ਮੈਂ ਕਿੱਥੇ ਜਾਵਾਂ,
ਕੌਣ ਮੈਨੂੰ ਪਨਾਹ ਦੇਵੇ, ਕੌਣ ਮੈਨੂੰ ਸ਼ਰਨ ਦੇਵੇ। ਰਾਮਚੰਦ ਕੀ ਤੱਕੀ ਸ਼ਰਨਾ, ਫਿਰ ਮੈਨੂੰ ਸ਼੍ਰੀ ਰਾਮਚੰਦਰ ਜੀ ਦੀ ਸ਼ਰਨ ਨਜ਼ਰ ਆਈ, ਮੈਂ ਉਹਨਾਂ ਦੀ ਸ਼ਰਨ ਤੱਕੀ। ਤੇ ਛਿਨ ਭਇਓ ਹਿਰਦੇ ਅਸਫੁਰਨਾ, ਮੇਰੇ ਮਨ ਚ ਉਸ ਵੇਲੇ ਇਸ ਤਰ੍ਹਾਂ ਦਾ ਫੁਰਨਾ ਆਇਆ ਗੜ ਲੰਕਾ ਕੋ ਮਾਰੈ ਜਬ ਹੀ, ਕਿ ਜਦੋਂ ਸ਼੍ਰੀ ਰਾਮਚੰਦਰ ਜੀ ਆ ਕੇ ਲੰਕਾ ਗੜ ਨੂੰ ਮਾਰਨਗੇ, ਵਿਜੈ ਹੋਏ ਰਘੁਪਤ ਕੀ ਤਬ ਹੀ, ਸ਼੍ਰੀ ਰਾਮਚੰਦਰ ਜੀ ਦੀ ਵਿਜੈ ਹੋਵੇਗੀ, ਜਿੱਤ ਹੋਵੇਗੀ। ਮੁਝੈ ਰਾਜ ਦੇ ਲੰਕ ਸਮੇਤਾ, ਮੇਰੇ ਮਨ ਚ ਫੁਰਨਾ ਆ ਗਿਆ ਕਿ ਸ਼੍ਰੀ ਰਾਮਚੰਦਰ ਜੀ ਮੈਨੂੰ ਲੰਕਾ ਸਮੇਤ ਰਾਜ ਦੇਣਗੇ। ਕਹਿੰਦੇ ਉਸ ਵਕਤ ਮੇਰੇ ਮਨ 'ਚ ਸੰਕਲਪ ਆਇਆ ਕਿ ਲੰਕਾ ਸਮੇਤ ਮੈਨੂੰ ਰਾਜ ਦੀ ਪ੍ਰਾਪਤੀ ਦੇਣ, ਬਖਸ਼ਿਸ਼ ਕਰਨਗੇ। ਇਉਂ ਵਿਚਾਰ ਕਰ ਚਲਿਓ ਨਿਕੇਤਾ, ਕਹਿੰਦੇ ਮੈਂ ਘਰੋਂ ਇਹ ਫੁਰਨਾ ਕਰਕੇ ਸ਼੍ਰੀ ਰਾਮਚੰਦਰ ਜੀ ਵੱਲ ਗਿਆ। ਗਮਨਿਓ ਸਨਮੁਖ ਹੋਏ ਅਨਾਥਾ, ਜਦੋਂ ਮੈਂ ਜਗਿਆ ਸਨਮੁਖ ਸ਼੍ਰੀ ਰਾਮਚੰਦਰ ਜੀ ਦੇ, ਜਾਏ ਦਰਸ ਦੇਖਿਓ ਰਘੁਨਾਥਾ, ਜਾ ਕੇ ਰਘੁਨਾਥ ਦੇ ਦਰਸ਼ਨ ਕੀਤੇ। ਰਾਜ ਤਾਹੇ ਤੇ ਛਿਨ ਮਿਟ ਗਈ, ਕਹਿੰਦੇ ਉਸੇ ਵੇਲੇ ਮੇਰੇ ਮਨ 'ਚੋਂ ਪਹਿਲਾਂ ਤਾਂ ਰਾਜ ਭਾਗ ਦੀ ਇੱਛਾ ਚਲੀ ਗਈ। ਕਹਿੰਦੇ ਮੈਂ ਘਰੋਂ ਗਿਆ ਤੇ ਸੋਚਿਆ ਸੀ ਵੀ ਲੰਕਾ ਨੂੰ ਮਾਰਨਗੇ, ਜਦੋਂ ਗੜ ਨੂੰ ਜਿੱਤਣਗੇ ਰਾਵਣ ਨੂੰ ਮਾਰ ਕੇ, ਤੇ ਰਾਮਚੰਦਰ ਜੀ ਲੰਕਾ ਦਾ ਰਾਜ ਮੈਨੂੰ ਦੇ ਦੇਣ। ਕਹਿੰਦੇ ਜਦੋਂ ਮੈਂ ਗਿਆ, ਜਾਂਦਿਆਂ ਉਹਨਾਂ ਦੇ ਦਰਸ਼ਨ ਕਰਦਿਆਂ ਪਹਿਲਾਂ ਮੇਰੇ ਹਿਰਦੇ 'ਚੋਂ ਇੱਛਾ ਚਲੀ ਗਈ। ਖਾਲਸਾ ਜੀ, ਮਹਾਪੁਰਸ਼ ਮਹਾਤਮਾ ਦੱਸਦੇ ਐ ਕਿ ਪੂਰਨ ਪੁਰਖ ਦੀ ਨਿਸ਼ਾਨੀ, ਕਿਸੇ ਪੂਰਨ ਮਹਾਤਮਾ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਆਪਣੇ ਘਰੋਂ ਮਨ 'ਚ ਕੋਈ ਸ਼ੰਕਾ ਜਾਂ ਸਵਾਲ ਲੈ ਕੇ ਜਾਓ, ਉਹਦੇ ਦਰਸ਼ਨ ਕਰਦਿਆਂ ਤੁਹਾਨੂੰ ਆਪਣਾ ਸਵਾਲ ਭੁੱਲ ਜਾਏ, ਆਪਣਾ ਸਵਾਲ ਹੀ ਭੁੱਲ ਜਾਏ ਵੀ ਮੈਂ ਸਵਾਲ ਕੀ ਕਰਨਾ ਸੀ, ਤਾਂ ਸਮਝ ਲੈਣਾ ਕਿ ਉਹ ਕੋਈ ਪੂਰਨ ਮਹਾਤਮਾ ਹੈ, ਕੋਈ ਪੂਰਨ ਪੁਰਖ ਹੈ। ਕਹਿੰਦਾ ਮੇਰੇ ਹਿਰਦੇ 'ਚੋਂ ਵਾਸ਼ਨਾ ਹੀ ਚਲੀ ਗਈ, ਤ੍ਰਿਸ਼ਨਾ ਹੀ ਚਲੀ ਗਈ ਰਾਜ ਭਾਗ ਦੀ। ਇਉਂ ਵਿਚਾਰਿਓ ਮੈਂ ਸ਼ੁਭ ਭਈ, ਏਦਾਂ ਵਿਚਾਰ ਮੇਰੇ ਹਿਰਦੇ ਵਿੱਚ ਹੋਈ। ਰਾਜ ਵੱਡੋ ਦੁਖ ਸਾਗਰ ਹੇਰਾ, ਮੈਂ ਵੇਖਿਆ ਵੀ ਇਹ ਰਾਜ ਭਾਗ ਤਾਂ ਦੁੱਖਾਂ ਦਾ ਸਾਗਰ ਹੈ, ਇਹਦੇ ਵਿੱਚ ਤਾਂ ਦੁੱਖ ਹੀ ਦੁੱਖ ਹਨ। ਜਗਤ ਧੰਦ ਕੋ ਗਰਦ ਵਡੇਰਾ, ਇਹਦੇ ਵਿੱਚ ਜਗਤ ਦੇ ਧੰਦੇ ਨੇ, ਉਹਦੇ ਵਿੱਚ ਬੰਦੇ ਗਰਕ ਹੋ ਰਹੇ ਨੇ। ਅਵਲੋਕੇ ਹੋਇਆ ਕਰਨ ਹੈ ਕਾਮੋ, ਮੈਂ ਵੇਖਿਆ ਵੀ ਇਹ ਤਾਂ ਮੇਰੇ ਕਿਸੇ ਕੰਮ ਦਾ ਨਹੀਂ ਰਾਜ ਭਾਗ। ਬੰਧਨ ਕੀਨ ਚਰਨ ਸ਼੍ਰੀ ਰਾਮੋ, ਮੈਂ ਰਾਜ ਦਾ ਸੰਕਲਪ ਹੀ ਛੱਡ ਕੇ ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ, ਰਾਮਚੰਦਰ ਜੀ ਨੂੰ ਨਮਸਕਾਰ ਕੀਤੀ। ਕਰਨਾ ਨਿਦ ਸ਼੍ਰੀ ਅੰਤਰਯਾਮੀ, ਹੁਣ ਸ਼੍ਰੀ ਰਾਮ ਜੀ ਅੰਤਰਯਾਮੀ ਸਨ, ਉਹਨਾਂ ਨੇ ਮੇਰੇ ਮਨ ਦੀ ਜਾਣ ਲਈ। ਪੂਰਬ ਫੁਰਨਾ ਲਖ ਕਰ ਸੁਆਮੀ, ਉਹਨਾਂ ਨੇ ਮੇਰੇ ਮਨ ਦਾ ਪੂਰਬਲਾ ਫੁਰਨਾ ਜਾਣ ਕੇ ਜੋ ਮੈਂ ਘਰੋਂ ਟੁਰਨ ਵੇਲੇ ਕੀਤਾ ਸੀ। ਦੋਹਰਾ ਬੋਲੇ ਸ਼੍ਰੀ ਮੁਖ ਤੇ ਬਚਨ, ਆਓ ਬੈਠ ਲੰਕੇਸ਼। ਜਦੋਂ ਉਹਨਾਂ ਨੇ ਮੇਰੇ ਮਨ ਦਾ ਫੁਰਨਾ ਪਹਿਲਾਂ ਹੀ ਜਾਣ ਲਿਆ ਤੇ ਮੈਨੂੰ ਵੇਖਦਿਆਂ ਸਾਰ, ਜਦੋਂ ਮੈਂ ਮੱਥਾ ਟੇਕਿਆ ਉਹਨਾਂ ਨੂੰ, ਤੇ ਮੈਨੂੰ ਉਹਨਾਂ ਨੇ ਆਖਿਆ ਸੀ, ਆਓ ਬਹੁ ਲੰਕੇਸ਼, ਹੇ ਲੰਕਾ ਦੇ ਏਸ਼ ਆਓ ਬੈਠੋ। ਖਾਲਸਾ ਜੀ, ਇਹਦੇ ਵਿੱਚ ਬੜੀ ਗੂੜੀ ਨੀਤੀ ਵੀ ਸੀ। ਫੁਰਨਾ ਤਾਂ ਉਹਦੇ ਮਨ 'ਚ ਆਇਆ ਸੀ, ਪਰ ਸ਼੍ਰੀ ਰਾਮ ਜੀ ਨੇ ਉਹਨੂੰ ਕਹਿਣਾ ਸੀ ਲੰਕੇਸ਼, ਕਿ ਕਿਤੇ ਉਹਦੇ ਮਨ 'ਚ ਇਹ ਨਾ ਆਵੇ ਕਿ ਕਿਤੇ ਰਾਜ ਹੋਰ ਨਾ ਕਿਸੇ ਨੂੰ ਦੇ ਦੇਣ। ਉਹਨੂੰ ਆਪਣੇ ਵੱਲ ਵੀ ਕਰਨਾ ਸੀ, ਉਹ ਨੀਤੀ ਵੀ ਵਰਤਣੀ ਸੀ। ਇਸ ਕਰਕੇ ਆਖਿਆ, ਆਓ ਬਹੁ ਲੰਕੇਸ਼, ਹੇ ਲੰਕਾ ਦੇ ਰਾਜਾ ਆਓ ਬੈਠੋ, ਏਦਾਂ ਸੰਬੋਧਨ ਕੀਤਾ। ਬਿਨੈ ਘਰੀ ਕਰ ਬੰਦ ਮੈਂ ਚਾਹੇ ਨ ਰਾਜ ਸੁਦੇਸ਼। ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਲੰਕੇਸ਼ ਕਿਹਾ, ਲੰਕਾ ਦਾ ਰਾਜਾ ਕਿਹਾ, ਕਹਿੰਦੇ ਸੁਣ ਕੇ ਮੈਂ ਹੱਥ ਜੋੜੇ, ਆਖਿਆ ਜੀ ਮੈਨੂੰ ਰਾਜ ਦੀ ਇੱਛਾ ਨਹੀਂ ਹੈ, ਮੇਰੇ ਮਨ 'ਚ ਰਾਜ ਦੀ ਤਾਂਘ ਨਹੀਂ ਹੈ। ਚੌਪਈ ਸੁਨ ਸ਼੍ਰੀ ਰਘੁਪਤ ਬਹੁਰੇ ਉਚਾਰਾ, ਤੇ ਸੁਣ ਕੇ ਸ਼੍ਰੀ ਰਾਮਚੰਦਰ ਜੀ ਫਿਰ ਬੋਲੇ, ਨਿਜ ਕਰ ਤੇ ਤੂੰ ਜਬੈ ਪਧਾਰਾ। ਕਹਿੰਦੇ ਹੁਣ ਕਹਿਣਾ ਰਾਜ ਦੀ ਇੱਛਾ ਨਹੀਂ, ਪਰ ਜਦੋਂ ਆਪਣੇ ਘਰੋਂ ਟੁਰ ਕੇ ਆਇਆ, ਤਬੈ ਕਾਮਨਾ ਹਿਰਦੈ ਉਠਾਈ, ਉਦੋਂ ਤੈਂ ਆਪਣੇ ਮਨ 'ਚ ਕਾਮਨਾ ਕੀਤੀ ਸੀ ਕਿ ਮੈਨੂੰ ਰਾਜ ਮਿਲੇ। ਲੰਕਾ ਦੇਹ ਰਾਮ ਮੁਜਤਾਈ, ਕਿ ਸ਼੍ਰੀ ਰਾਮ ਜੀ ਮੈਨੂੰ ਲੰਕਾ ਦਾ ਰਾਜ ਦੇ ਦੇਣ। ਬਿਰਦ ਹਮਾਰਾ ਜਨ ਹੋ ਐਸਾ, ਹੁਣ ਮੇਰਾ ਬਿਰਦ ਹੀ ਐਸਾ ਹੈ, ਜੇ ਤੂੰ ਮਨ 'ਚ ਫੁਰਨਾ ਕਰਕੇ ਆਇਆ ਹੈ ਤੋ ਸੋ ਕਹੋ ਬਭੀਖਨ ਤੈਸਾ। ਤੇ ਮੈਂ ਤੈਨੂੰ ਹੁਣ ਉਹ ਰਾਜ ਦੇਣਾ ਹੀ ਸੀ। ਵਿਭੀਸ਼ਣ ਹੁਣ ਦੱਸ,
ਧਾਰ ਕਾਮਨਾ ਜੋ ਜਗਿਆਸੀ ਜਿਹੜਾ ਕੋਈ ਜਗਿਆਸੂ ਕਾਮਨਾ ਧਾਰਨ ਕਰਕੇ ਘਰ ਤਜ ਆਵਤ ਹੈ ਮੁਝ ਪਾਸੀ ਘਰ ਛੱਡ ਕੇ ਮੇਰੇ ਕੋਲ ਆਉਂਦਾ ਮਨ 'ਚ ਜਗਿਆਸਾ ਲੈ ਕੇ ਕਰੋ ਕਾਮਨਾ ਪੂਰਬ ਪੂਰੀ ਮੈਂ ਉਹਦੀ ਪਹਿਲਾ ਕਾਮਨਾ ਪੂਰੀ ਕਰਦਾ ਹਾਂ ਪੁੰਨ ਦਿਓ ਪਦਵੀ ਕੇਵਲ ਰੂਰੀ ਫਿਰ ਉਹਨੂੰ ਕੇਵਲ ਦੀ ਪਦਵੀ ਦਿੰਦਾ ਹਾਂ ਹੈ ਐਸੇ ਸ਼੍ਰੀ ਰਾਮ ਉਦਾਰਾ ਕਹਿੰਦੇ ਸ਼੍ਰੀ ਰਾਮ ਜੀ ਇਹੋ ਜੀ ਸੀ ਵਿਭੀਸ਼ਣ ਰਾਮ ਜੀ ਦਾ ਭਗਤ ਸੀ ਇਸ ਕਰਕੇ ਰਾਮ ਜੀ ਦੀ ਸਿਫਤ ਕਰ ਰਿਹਾ ਨਾ ਕਹਿੰਦਾ ਜੀ ਇਹੋ ਜਿਹੇ ਸਨ ਸਾਡੇ ਭਗਵਾਨ ਰਾਮ ਜੀ ਅਸ਼ਟ ਪਹਿਰ ਜਿਨ ਨਾਮ ਆਧਾਰਾ ਅੱਠੇ ਪੈਰ ਮੈਨੂੰ ਉਹਨਾਂ ਦੇ ਨਾਮ ਦਾ ਆਧਾਰ ਹੈ ਸੁਨ ਸ਼੍ਰੀ ਨਾਨਕ ਕਹਿ ਮ੍ਰਿਦ ਬਾਣੀ ਵਿਭੀਸ਼ਣ ਦੀ ਇਹ ਬਾਣੀ ਸੁਣ ਕੇ ਧਨ ਬਪੀਖਨ ਸ਼ੁਭ ਗੁਣ ਖਾਨੀ ਗੁਰੂ ਨਾਨਕ ਸਾਹਿਬ ਕਹਿੰਦੇ ਵਿਭੀਸ਼ਣ ਤੂੰ ਧੰਨ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਤੂੰ ਆਪਣੇ ਹਿਰਦੇ 'ਚ ਵਸਾਇਆ ਹੈ ਤੂੰ ਰਾਮ ਨਾਮ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ ਚਿਰੰਜੀਵ ਪਦਵੀ ਤੈ ਪਾਈ ਔਰ ਇਸ ਚਿਰੰਜੀਵੀ ਪਦਵੀ ਨੂੰ ਤੈਂ ਪ੍ਰਾਪਤ ਕੀਤਾ ਹੈ ਮਨ ਕੀ ਨਾਮ ਵਿਖੈ ਲਿਵ ਲਾਈ ਔਰ ਤੇਰੇ ਨਾਮ ਦੇ ਵਿੱਚ ਲਿਵ ਲੱਗੀ ਹੋਈ ਹੈ ਡਰਤ ਰਹਿਤ ਰਾਕਸ਼ ਪੈ ਤੇਰੇ ਔਰ ਇਹ ਜਿੰਨੇ ਰਾਖਸ਼ ਨੇ ਤੇਰੇ ਭੈ ਵਿੱਚ ਰਹਿੰਦੇ ਹਨ ਆਏ ਸਮਾਨ ਭਏ ਸਭ ਇਹ ਚੇਰੇ ਸਾਰੇ ਤੇਰੀ ਆਗਿਆ ਮੰਨਦੇ ਹਨ ਕਾਹੂ ਨ ਕਰੈ ਦੁਖਾਉ ਨ ਕੋਈ ਇਹ ਹੁਣ ਕਿਸੇ ਨੂੰ ਦੁੱਖ ਨਹੀਂ ਦਿੰਦੇ ਰਾਖਸ਼ ਜਿਹੜੇ ਤੇਰੇ ਅਧੀਨ ਨੇ ਭਾਉ ਭਗਤ ਮਹਿ ਸ਼ਰਦਾ ਹੋਈ ਇਹਨਾਂ ਦੇ ਅੰਦਰ ਵੀ ਭਾਉ ਭਗਤੀ ਜਾਗ ਪਈ ਹੈ ਸੁਨਤ ਬਪੀਖਨ ਬੈਨ ਉਚਾਰੇ ਮਹਾਰਾਜ ਜੀ ਦੇ ਬਚਨ ਸੁਣ ਕੇ ਵਿਭੀਸ਼ਣ ਫਿਰ ਬੋਲਿਆ ਬੇਮੁਖ ਦੈਤ ਰਾਮ ਸਭ ਮਾਰੇ ਕਹਿਣ ਲੱਗਾ ਜੀ ਜਿਹੜੇ ਬੇਮੁਖ ਦਾਨਵਸਾਨਾ ਦੈਂਤ ਉਹ ਤਾਂ ਸਾਰੇ ਹੀ ਰਾਮਚੰਦਰ ਜੀ ਨੇ ਮਾਰ ਦਿੱਤੇ ਦੈ ਕੈ ਰਾਜ ਅਯੋਧਿਆ ਗਏ ਔਰ ਜਿਹੜੇ ਰਹਿ ਗਏ ਇਹ ਸਾਰੇ ਉਹ ਨੇ ਜਿਹੜੇ ਰਾਮ ਜੀ ਦੇ ਭਗਤ ਸਨ ਉਹ ਰਹਿ ਗਏ ਮੇਰੇ ਸਮੇਤ ਮੈਨੂੰ ਰਾਜ ਦੇ ਕੇ ਅਯੁੱਧਿਆ ਵਾਪਸ ਗਏ ਹਮ ਸਮੇਤ ਬਾਂਦਰ ਦਲ ਲਏ ਮੇਰੇ ਸਮੇਤ ਸਾਰੇ ਵਾਨਰਾਂ ਦੀ ਸੈਨਾ ਲੈ ਕੇ ਦੋਹਰਾ ਤਹਾਂ ਜਾਏ ਮੋਗੋ ਤਬ ਹੈ ਇਹ ਉਪਦੇਸ਼ ਬਤਾਏ ਕਹਿੰਦੇ ਮੈਨੂੰ ਉਪਦੇਸ਼ ਦਿੱਤਾ ਉਹਨਾਂ ਨੇ ਉਸ ਵੇਲੇ ਨਮਿਤ ਮਾਤਰ ਅਵਤਾਰ ਤਰ ਈਸ਼ਵਰ ਧਰਨੀ ਆਏ ਉਹ ਕਹਿਣ ਲੱਗੇ ਵੀ ਜਿਹੜਾ ਈਸ਼ਵਰ ਹੈ ਨਾ ਉਹ ਨਮਿਤ ਅਵਤਾਰ ਲੈ ਕੇ ਆਉਂਦਾ ਹੈ ਨਮਿਤ ਅਵਤਾਰ ਮੰਨ ਲਓ ਜਿਵੇਂ ਕੰਸ ਨੂੰ ਮਾਰਨ ਵਾਸਤੇ ਕ੍ਰਿਸ਼ਨ ਜੀ ਆਏ ਰਾਵਣ ਨੂੰ ਮਾਰਨ ਵਾਸਤੇ ਸ਼੍ਰੀ ਰਾਮਚੰਦਰ ਜੀ ਆਏ ਹਰਣਾਕਸ਼ ਨੂੰ ਮਾਰਨ ਵਾਸਤੇ ਨਰਸਿੰਘ ਅਵਤਾਰ ਹੋਇਆ ਇਸੇ ਤਰ੍ਹਾਂ ਹਿਰਣਾਕਸ਼ਪ ਜਿਹੜਾ ਹਰਣਾਕਸ਼ ਦਾ ਭਰਾ ਸੀ ਉਹਨੂੰ ਮਾਰਨ ਲਈ ਬਰਾਹ ਅਵਤਾਰ ਹੋਇਆ ਜਾਂ ਰਾਜੇ ਬਲ ਦਾ ਹੰਕਾਰ ਤੋੜਨ ਵਾਸਤੇ 52 ਰੂਪ ਹੋ ਕੇ ਆਏ ਇਹ ਨਮਿਤ ਅਵਤਾਰ ਹੁੰਦੇ ਹੈ ਈਸ਼ਵਰ ਦੇ ਹੀ ਨੇ ਕਿਉਂਕਿ ਈਸ਼ਵਰ ਤੋਂ ਭਾਵ ਜਿਹੜਾ ਬ੍ਰਹਮ ਦੀ ਅੰਸ਼ ਲੈ ਕੇ ਵਿਸ਼ਨੂੰ ਜਿਹੜਾ ਅਵਤਾਰ ਧਾਰਨ ਕਰਦਾ ਹੈ ਤੋ ਇਹ ਅਵਤਾਰ ਨਮਿਤ ਅਵਤਾਰ ਹਨ ਜਿਹੜੇ ਕਿਸੇ ਨਮਿਤ ਆਉਂਦੇ ਆ ਕਿਸੇ ਨਮਿਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਆਏ ਨਰਸਿੰਘ ਜੀ ਇਹਨੂੰ ਨਮਿਤ ਅਵਤਾਰ ਕਹਿੰਦੇ ਹਨ ਚੌਪਈ ਕਾਰਜ ਕਰ ਬੈਕੁੰਠ ਸੁਜਾਵ ਹੈ ਜਿਹੜਾ ਨਮਿਤ ਅਵਤਾਰ ਹੈ ਜਿਹੜਾ ਕੰਮ ਕਰਨ ਆਉਂਦਾ ਕਰਕੇ ਫਿਰ ਬੈਕੁੰਠ ਚਲਾ ਜਾਂਦਾ ਹੈ ਕਿਉਂਕਿ ਖਾਲਸਾ ਜੀ 6 ਪ੍ਰਕਾਰ ਦੇ ਅਵਤਾਰ ਹੁੰਦੇ ਨਮਿਤ ਅਵਤਾਰ ਹੈ ਕਾਰਨ ਅਵਤਾਰ ਹੈ ਅੰਸਾ ਅਵਤਾਰ ਹੈ ਵਿੰਨਾ ਅਵਤਾਰ ਹੈ ਵੇਸ਼ਾ ਅਵਤਾਰ ਹੈ ਇਸੇ ਤਰ੍ਹਾਂ ਨਿਤ ਅਵਤਾਰ ਹੈ ਜਿਹੜਾ ਨਮਿਤ ਅਵਤਾਰ ਹੁੰਦਾ ਵੀ ਕਿਸੇ ਨਮਿਤ ਆਉਣਾ ਉਹਦੇ ਉਹ ਕੰਮ ਕਰਨਾ ਕਰਕੇ ਫਿਰ ਬੈਕੁੰਠ ਚਲੇ ਜਾਣਾ ਇਹ ਹੁੰਦਾ ਨਮਿਤ ਅਵਤਾਰ ਤਿਨ ਕੇ ਗੁਣ ਪੜ ਸੁਨ ਸੁਖ ਪਾਵ ਹੈ ਉਹਨਾਂ ਦੇ ਫਿਰ ਗੁਣ ਜਿਹੜੇ ਨੇ ਉਹ ਬਾਅਦ ਚ ਕਹੇ ਸੁਣੇ ਜਾਂਦੇ ਨੇ ਉਹਨਾਂ ਦੀਆਂ ਕਥਾਵਾਂ ਜਿਵੇਂ ਨਰਸਿੰਘ ਜੀ ਦੀ ਕਥਾ ਕਹਿੰਦੇ ਸੁਣਦੇ ਨਾ ਕਿਵੇਂ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਰੋਜ਼ ਅਸੀਂ ਸੁਣਦੇ ਪੜ੍ਹਦੇ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਣਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਤੋ ਇਸ ਪ੍ਰਕਾਰ ਫਿਰ ਉਹਨਾਂ ਦੇ ਗੁਣ ਕਹੇ ਸੁਣੇ ਜਾਂਦੇ ਆ ਸੰਸਾਰ ਵਿੱਚ ਹੈ ਅਵਤਾਰ ਸੰਤ ਨਿਤ ਮੇਰੇ ਪਰ ਜਿਹੜੇ ਸੰਤ ਨੇ ਕਹਿੰਦਾ ਮੈਨੂੰ ਸ਼੍ਰੀ ਰਾਮਚੰਦਰ ਜੀ ਨੇ ਗੱਲ ਕਹੀ ਕਿ ਜਿਹੜੇ ਸੰਤ ਨੇ ਇਹ ਪਰਮੇਸ਼ਰ ਦਾ ਨਿਤ ਅਵਤਾਰ ਨੇ ਸੰਸਾਰ ਵਿੱਚ ਸदैव ਹੀ ਰਹਿੰਦੇ ਆ ਨਿਮਿਤ ਅਵਤਾਰ ਆਉਂਦੇ ਤੇ ਚਲੇ ਜਾਂਦੇ ਨੇ ਪਰ ਜਿਹੜੇ ਰੱਬ ਦੇ ਪਿਆਰੇ ਮਹਾਤਮਾ ਸੰਤ ਜਨ ਨੇ ਉਹ ਨਿਤ ਅਵਤਾਰ ਨੇ ਉਹ ਸੰਸਾਰ 'ਚ ਸਦਾ ਹੀ ਰਹਿੰਦੇ ਆ ਜਦੋਂ ਤੱਕ ਸੰਸਾਰ ਰਹੇਗਾ ਉਹ ਸੰਤ ਜਨ ਵੀ ਉਦੋਂ ਤੱਕ ਰਹਿਣਗੇ ਜਾਂ ਇਦਾਂ ਕਹਿ ਲਈਏ ਜਦੋਂ ਤੱਕ ਸੰਤ ਜਨ ਰਹਿਣਗੇ ਉਦੋਂ ਤੱਕ ਇਹ ਸੰਸਾਰ ਰਹੇਗਾ ਜਿਸ ਦਿਨ
ਇਸ ਧਰਤੀ ਤੋਂ ਸੰਤ ਸਮਾਪਤ ਹੋ ਗਏ, ਉਸ ਦਿਨ ਇਹ ਧਰਤੀ ਵੀ ਸਮਾਪਤ ਹੋ ਜਾਏਗੀ। ਕਿਉਂਕਿ ਪਰਮੇਸ਼ਰ ਦਾ ਨਿਤ ਅਵਤਾਰ ਨੇ ਪਰਮੇਸ਼ਰ ਦੇ ਸੰਤ। ਠੀਕ ਹੈ, ਸੰਤਾਂ ਦੇ ਭੇਖ ਵਿੱਚ ਠੱਗਾਂ ਦੇ ਟੋਲੇ ਜ਼ਰੂਰ ਮਿਲਣਗੇ, ਹੋਣਗੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਹੰਸਾਂ ਨੂੰ ਵੇਖ ਕੇ ਬਗਲਿਆਂ ਨੂੰ ਚਾਅ ਆ ਜਾਂਦਾ ਤਰਨ ਦਾ, ਉਹ ਵੀ ਰੀਸ ਕਰਨ ਲੱਗ ਪੈਂਦੇ ਆ ਵੀ ਅਸੀਂ ਵੀ ਹੰਸ ਹਾਂ, ਪਰ ਉਹ ਆਪਣੀ ਸਿਰ ਥੱਲੇ ਤੇ ਪੈਰ ਉੱਪਰ ਕਰਕੇ ਡੁੱਬ ਮਰਦੇ ਐ। ਪਰ ਇਹਦਾ ਮਤਲਬ ਇਹ ਨਹੀਂ ਕਿ ਹੰਸ ਨਹੀਂ ਹਨ। ਇਸੇ ਤਰ੍ਹਾਂ ਰੱਬ ਦੇ ਪਿਆਰੇ ਮਹਾਤਮਾਵਾਂ ਦੀ ਰੀਸ ਕਰਨ ਵਾਲੇ ਬੜੇ ਹੋਣਗੇ ਸੰਸਾਰ 'ਚ, ਪਰ ਜੇ ਹੈਣ ਤਦੇ ਰੀਸ ਕੀਤੀ ਜਾਂਦੀ ਹੈ ਨਾ ਉਹਨਾਂ ਦੀ। ਵਿਭੀਸ਼ਣ ਕਹਿੰਦਾ ਜੀ ਜਿਹੜੇ ਸੰਤ ਨੇ ਪਰਮੇਸ਼ਰ ਦੇ ਨਾਮ ਜਪਣ ਵਾਲੇ ਹੈ, ਨਾਮ ਰੰਗੀਆਂ ਰੂਹਾਂ, ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ, ਸਦਨਾ ਜੀ ਜੈਸੇ, ਸੈਣ ਜੀ ਜੈਸੇ, ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ, ਭਾਈ ਸਾਹਿਬ ਭਾਈ ਸਾਲੋ ਜੀ ਵਰਗੇ ਮਹਾਨ ਗੁਰਸਿੱਖ। ਬਾਬਾ ਬੁੱਢਾ ਸਾਹਿਬ ਜਦੋਂ ਆਉਂਦੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ, ਧੰਨ ਗੁਰੂ ਅਰਜਨ ਦੇਵ ਸਾਹਿਬ ਅੱਗੋਂ ਉੱਠ ਕੇ ਖਲੋ ਕੇ ਹੱਥ ਜੋੜ ਕੇ ਨਮਸਕਾਰ ਕਰਕੇ ਮਿਲਦੇ। ਸਿੱਖਾਂ ਪੁੱਛਿਆ, ਮਹਾਰਾਜ ਆਪ ਜੀ ਮਾਲਕ ਹੋ ਗੱਦੀ ਦੇ, ਇੰਨਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ ਕਿਉਂ ਕਰਦੇ ਹੋ? ਤੇ ਮੇਰੇ ਸਾਹਿਬ ਫਰਮਾਉਂਦੇ, ਬਾਬਾ ਬੁੱਢਾ ਸਾਹਿਬ ਜੀ ਉਹ ਮਹਾਪੁਰਸ਼ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਹਮੇਸ਼ਾ ਮੰਗੀ ਹੈ ਕਿ ਇਹ ਗੁਰੂ ਨਾਨਕ ਸਾਹਿਬ ਮੇਰਾ ਇਹ ਸਿਰ ਤੁਹਾਡੇ ਚਰਨਾਂ ਤੋਂ ਇਲਾਵਾ ਕਦੇ ਕਿਸੇ ਦੂਸਰੇ ਦੇ ਚਰਨਾਂ ਤੇ ਨਾ ਝੁਕੇ। ਸਤਿ ਸ੍ਰੀ ਅਕਾਲ। ਇਹ ਮੰਗਣ ਵਾਲੇ ਗੁਰਸਿੱਖ ਮਹਾਤਮਾ ਇਹ ਪਰਮੇਸ਼ਰ ਦਾ ਨਿਤ ਅਵਤਾਰ ਹਨ। ਭਾਈ ਗੁਰਦਾਸ ਜੀ, ਭਾਈ ਸਾਹਿਬ ਭਾਈ ਕਨਈਆ ਜੀ ਵਰਗੇ ਮਹਾਂਪੁਰਸ਼, ਸੰਤ ਬਾਬਾ ਆਤਰ ਸਿੰਘ ਜੀ ਜੈਸੇ ਮਸਤੂ ਆਣੇ ਵਾਲੇ ਮਹਾਂਪੁਰਸ਼, ਧੰਨ ਬਾਬਾ ਮਿੱਤ ਸਿੰਘ ਜੀ, ਮਾਤਾ ਸਾਹਿਬ ਦੇਵਾਂ ਦੇ ਸਥਾਨ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹਨਾਂ ਮਹਾਂਪੁਰਸ਼ਾਂ ਸੇਵਾ ਕੀਤੀ, ਬਾਬਾ ਧਰਮ ਸਿੰਘ ਜੀ ਵਰਗੇ ਕਿੰਨੀਆਂ ਉੱਚੀਆਂ ਰੂਹਾਂ ਗੁਰਮੁਖ, ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾ ਵਾਲੇ ਪਿਛਲੇ ਸਾਲ ਸਰੀਰ ਤਿਆਗ ਗਏ, ਸੱਚਖੰਡ ਚਲੇ ਗਏ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਤ ਅਵਤਾਰ ਹਨ ਖਾਲਸਾ ਜੀ। ਇਹ ਜਿੰਨੇ ਸੰਤ ਮਹਾਤਮਾ ਹਨ ਇਹ ਪਰਮੇਸ਼ਰ ਦਾ ਨਿਤ ਅਵਤਾਰ ਹਨ। ਤਿੰਨ ਮਿਲਾਪ ਅਗ ਜਾਏ ਕਨੇਰੇ। ਸੰਤ ਜਨਾਂ ਦੇ ਮਿਲਾਪ ਦਾ ਇਹ ਪ੍ਰਤਾਪ ਹੈ ਕਿ ਜਿਹੜਾ ਕੋਈ ਸੰਤ ਜਨਾਂ ਦੀ ਸੰਗਤ ਕਰਦਾ, ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਮਿਲਾਪ ਨਾਲ ਸਾਰੇ ਪਾਪ ਕੱਟੇ ਜਾਂਦੇ ਹਨ। ਤਿੰਨਾਂ ਦੇ ਮਿਲਾਪ, ਤਿੰਨ ਮਿਲਾਪ ਤੇ ਤਿੰਨਾਂ ਦੇ ਮਿਲਾਪ ਨਾਲ ਹੀ ਸਾਰੇ ਅਗ, ਸਾਰੇ ਪਾਪ ਦੂਰ ਹੋ ਜਾਂਦੇ ਹਨ। ਸੰਤ ਮੋਹਿ ਮਹਿ ਭੇਦ ਨਾ ਕੋ। ਪਰਮੇਸ਼ਰ ਕਹਿੰਦਾ ਸੰਤਾਂ ਵਿੱਚ ਤੇ ਮੇਰੇ 'ਚ ਕੋਈ ਭੇਦ ਨਹੀਂ, ਮੈਂ ਹੀ ਸੰਤ ਹਾਂ ਤੇ ਸੰਤ ਮੈਂ ਹਾਂ। ਤਦੇ ਉੱਥੇ ਪਹੁੰਚ ਕੇ ਭਗਤ ਰਵਿਦਾਸ ਜੀ ਨੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਤੇ ਮੇਰੇ 'ਚ ਕੋਈ ਭੇਦ ਹੈ ਹੀ ਨਹੀਂ। ਰੱਬ ਕਹਿੰਦਾ ਹੈ ਕਿ ਸੰਤਾਂ ਵਿੱਚ ਤੇ ਮੇਰੇ 'ਚ ਕੋਈ ਭੇਦ ਨਹੀਂ, ਸੰਤ ਰਾਮ ਹੈ ਏਕੋ, ਦੋਵੇਂ ਹੀ ਇੱਕੋ ਹਨ। ਐਸੇ ਰਾਮ ਕਹਾ ਦੁਖ ਖੋ। ਕਹਿੰਦੇ ਗੱਲ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਕਹੀ, ਵਿਭੀਸ਼ਣ ਕਹਿੰਦਾ ਸੋ ਤੁਮ ਸੰਤ ਸਦਾ ਸੁਖਦਾਈ। ਕਹਿਣ ਲੱਗਾ ਜੀ ਤੁਸੀਂ ਉਹ ਸੰਤ ਹੋ। ਗੁਰੂ ਨਾਨਕ ਸਾਹਿਬ ਨੂੰ ਕਿਉਂਕਿ ਜਿਸ ਦ੍ਰਿਸ਼ਟੀ ਨਾਲ ਕਿਸੇ ਨੇ ਵੇਖਿਆ ਉਹੀ ਹੋ ਗਿਆ। ਜੇ ਕਿਸੇ ਨੇ ਸੰਤ ਰੂਪ 'ਚ ਵੇਖਿਆ ਸੰਤ ਹੋ ਗਿਆ, ਜੇ ਕਿਸੇ ਗੁਰੂ ਪਰਮੇਸ਼ਵਰ ਰੂਪ ਕਰਕੇ ਵੇਖਿਆ ਤੇ ਗੁਰੂ ਪਰਮੇਸ਼ਰ ਹੋ ਗਏ ਧੰਨ ਗੁਰੂ ਅੰਗਦ ਦੇਵ ਸਾਹਿਬ। ਕਹਿਣ ਲੱਗੇ ਮਹਾਰਾਜ ਤੁਸੀਂ ਉਹੀ ਸੰਤੋ ਸੁਖ ਦੇਣ ਵਾਲੇ ਹੋ। ਕਰ ਉਪਦੇਸ਼ ਦੇਹੋ ਸਮਝਾਈ। ਮੈਨੂੰ ਉਪਦੇਸ਼ ਦੇ ਕੇ ਸਮਝਾਵੋ। ਰਗਬਰ ਤੁਮ ਮਹਿ ਭੇਦ ਨਾ ਜਾਣੋ। ਤੁਹਾਡੇ ਵਿੱਚ ਤੇ ਮੈਂ ਸ਼੍ਰੀ ਰਾਮ, ਕਿਉਂਕਿ ਉਹ ਹੁਣ ਰਾਮ ਭਗਤ ਹੈ ਨਾ, ਉਹਨੂੰ ਤਾਂ ਰਾਮ ਦੇ ਗੁਰੂ ਨਾਨਕ ਸਾਹਿਬ ਵਿੱਚ ਵੀ ਰਾਮ ਹੀ ਨਜ਼ਰ ਆ ਰਿਹਾ।
ਕਹਿੰਦਾ ਜੀ ਮੈਨੂੰ ਉਹਨਾਂ ਵਿੱਚ ਔਰ ਤੁਹਾਡੇ 'ਚ ਕੋਈ ਭੇਦ ਨਜ਼ਰ ਨਹੀਂ ਆਉਂਦਾ। ਈਸ਼ਵਰ ਏਕ ਸਮਾਨ ਪਛਾਨੋ, ਕਿਉਂਕਿ ਇੱਕ ਸਮਾਨ ਈਸ਼ਵਰ ਹੀ ਮੈਂ ਜਾਣਦਾ ਆਪ ਜੀ ਨੂੰ। ਬਿਨੈ ਸਨੀ ਸੁਨ ਕਹਤੇ ਬਾਣੀ, ਜਦੋਂ ਵਿਭੀਸ਼ਣ ਨੇ ਇਹ ਬੇਨਤੀ ਕੀਤੀ, ਬੋਲੇ ਸ਼੍ਰੀ ਨਾਨਕ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਬੋਲੇ, ਸ਼ਬਦ ਉਚਾਰਿਆ, ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੂਟੀ ਦੈਤ ਸੰਤਾਪੈ, ਰਾਮਚੰਦ ਮਾਰਿਓ ਵਹਿ ਰਾਵਣ, ਭੇਦ ਬਭੀਖਣ ਗੁਰਮੁਖ ਪਰਚਾਇਣ। ਇਹ ਸ਼ਬਦ ਉਚਾਰਿਆ। ਇਹਦੀ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕਰਾਂਗੇ। ਗੁਰੂ ਪਾਤਸ਼ਾਹ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਹੇ ਪੂਰਨ ਹੈ ਸਰਬ ਮੈਂ, हे संगी हे निरंकार, हे गोविंद हे गुण निधान, सदा विवेक, हे अपरंपर हर हरे, भी होवन हार, हे संतः कै सदा संग, धारा आधार, हे ठाकुर हों दासरो, मैं निर्गुण गुण नहीं कोई, नानक दीजै नाम राम, राखो हिया परो, आए प्रभु शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तरे पार, जो शरदा कर सेवंदे, गुर पार उतारण हार, वाहिगुरु नाम जहाज है, चढ़े सो तरे पार, जो शरदा कर सेवंदे, गुर पार उतारण हार। वाहिगुरु जी का खालसा, वाहिगुरु जी की फतेह।